ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਅਸੀਂ ਕੱਢਾਂਗੇ ਪ੍ਰਕਾਸ਼ ਦੀ ਪੋਥੀ 3:11। ਪ੍ਰਕਾਸ਼ ਦੀ ਪੋਥੀ 3:11 ਵਿੱਚ ਅਸੀਂ ਪੜਾਂਗੇ, ਮੈਂ ਛੇਤੀ ਆਉਂਦਾ ਹਾਂ, ਜੋ ਕੁਛ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ, ਕਿਤੇ ਇਉਂ ਨਾ ਹੋਵੇ ਭਾਈ ਕੋਈ ਤੇਰਾ ਮੁਕਟ ਲੈ ਜਾਵੇ। ਜਿਹੜਾ ਜਿੱਤਣ ਵਾਲਾ ਹੈ ਉਸ ਨੂੰ ਮੈਂ ਆਪਣੇ ਖੁਦਾ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਖੁਦਾ ਦਾ ਨਾਮ ਅਤੇ ਆਪਣੇ ਖੁਦਾ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ, ਜਿਹੜੀ ਖੁਦਾ ਵੱਲੋਂ ਸਵਰਗ ਵਿੱਚੋਂ ਉਤਰਦੀ ਹੈ, ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਵਾਂਗਾ। ਜਿਸ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਅਸੀਂ ਪੜ੍ਹੇ ਹੋਏ ਵਚਨ ਦੇ ਲਈ ਧੰਨਵਾਦ ਕਰਦੇ ਹਾਂ ਤੇ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯੀਸ਼ੂ ਮਸੀਹ, ਸੱਚਮੁੱਚ ਮੇਰੇ ਮਹਾਨ ਪਿਤਾ, ਅਸੀਂ ਸਭ ਜਾਣਦੇ ਹਾਂ ਪ੍ਰਭੂ ਜੀ ਤੂੰ ਬਹੁਤ ਜਲਦੀ ਆ ਰਿਹਾ ਹੈ ਖੁਦਾਵੰਦਾ, ਤੇ ਪ੍ਰਭੂ ਯੀਸ਼ੂ ਮਸੀਹ ਤੂੰ ਆਪਣੀ ਦੁਲਹਨ ਦੇ ਲਈ ਆ ਰਿਹਾ ਹੈ, ਕਿਸੇ ਹੋਰ ਦੇ ਲਈ ਨਹੀਂ ਖੁਦਾਵੰਦ, ਕਿਉਂਕਿ ਇਸ ਧਰਤੀ ਤੇ ਵੀ ਤੂੰ ਆਪਣੀ ਦੁਲਹਨ ਦੇ ਲਈ ਆਇਆ ਸੀ ਖੁਦਾਵੰਦ, ਤੇ ਤੂੰ ਹੁਣ ਵੀ ਪ੍ਰਭੂ ਜੀ ਆਪਣੀ ਦੁਲਹਨ ਦੇ ਲਈ ਆ ਰਿਹਾ ਹੈ ਖੁਦਾਵੰਦਾ, ਤੇ ਤੂੰ ਬਹੁਤ ਜਲਦੀ ਆਪਣੀ ਦੁਲਹਨ ਨੂੰ ਆਪਣੇ ਸੰਗ ਲੈ ਜਾਵੇਂਗਾ ਪ੍ਰਭੂ ਯੀਸ਼ੂ ਮਸੀਹ। ਤੇ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਦਾ, ਜੋ ਵਚਨ ਖੁਦਾਵੰਦ ਪ੍ਰਭੂ ਯੀਸ਼ੂ ਮਸੀਹ ਤੂੰ ਵਾਅਦੇ ਸਾਡੇ ਨਾਲ ਕੀਤੇ ਹਨ ਖੁਦਾਵੰਦਾ, ਉਹ ਤੂੰ ਆਪਣੀ ਦੁਲਹਨ ਦੇ ਨਾਲ ਕੀਤੇ ਹਨ ਖੁਦਾਵੰਦਾ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਤੂੰ ਇੱਕ ਦੂਤ ਨੂੰ ਭੇਜਦਾ ਹੈ ਜਿਹਦਾ ਨਾਮ ਭਾਈ ਵਿਲੀਅਮ ਬ੍ਰੈਨਮ ਹੈ, ਜਿਸ ਦੇ ਦੁਆਰਾ ਪ੍ਰਭੂ ਯੀਸ਼ੂ ਮਸੀਹ ਸਾਨੂੰ ਸੰਦੇਸ਼ ਦਿੱਤੇ ਗਏ, ਤੇ ਉਸ ਸੰਦੇਸ਼ਾਂ ਦੇ ਨਾਲ ਅੱਜ ਤੇਰੀ ਦੁਲਹਨ ਸ਼ਿੰਗਾਰ ਕਰ ਰਹੀ ਹੈ ਖੁਦਾਵੰਦਾ। ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਯੀਸ਼ੂ ਮਸੀਹ। ਬੋਲਣ ਵਾਲਾ ਕੋਈ ਮਾਂਸ ਤੇ ਲਹੂ ਨਾ ਹੋਵੇ, ਬੋਲਣ ਵਾਲਾ ਤੇਰਾ ਪਵਿੱਤਰ ਆਤਮਾ ਹੋਵੇ ਖੁਦਾਵੰਦ। ਪ੍ਰਭੂ ਜੀ ਤੂੰ ਉੱਤਰ, ਤੇ ਮੇਰੇ ਮਹਾਨ ਪਿਤਾ ਪ੍ਰਭੂ ਯੀਸ਼ੂ ਮਸੀਹ ਚਮੜੇ ਦੇ ਵਿੱਚ ਖੁਦਾਵੰਦ ਪ੍ਰਭੂ ਜੀ ਤੇਰਾ ਵਾਸ ਹੋਵੇ। ਤੂੰ ਦਇਆ ਕਰ, ਕਿਰਪਾ ਕਰ ਪ੍ਰਭੂ ਯੀਸ਼ੂ ਮਸੀਹ, ਤੇ ਮੇਰੇ ਮਹਾਨ ਪਿਤਾ ਲੋਕ ਤੇਰੇ ਵਚਨ ਨੂੰ ਸੁਣਨ ਖੁਦਾਵੰਦਾ, ਤੇਰੇ ਤਾਜ਼ੇ ਬੰਦੇ ਨੂੰ ਖਾਣ ਤੇ ਤ੍ਰਿਪਤ ਹੋ ਜਾਣ ਖੁਦਾਵੰਦ। ਤੂੰ ਦਇਆ ਕਰ, ਕਿਰਪਾ ਕਰ, ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦਿੰਦਾ, ਆਮੀਨ। ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਪੜ੍ਹਿਆ ਆ ਪ੍ਰਕਾਸ਼ ਦੀ ਪੋਥੀ 3:11 ਦੇ ਵਿੱਚ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਵਾਅਦਾ ਕੀਤਾ ਹੈ। ਉਹਦਾ ਆਪਣੇ ਲੋਕਾਂ ਦੇ ਲਈ ਵਾਅਦਾ ਹੈ। ਭਾਈ ਬ੍ਰੈਨਮ ਨੇ ਕਿਹਾ, ਸਾਡੇ ਯੁੱਗ ਦੇ ਨਬੀ ਨੇ ਕਿਹਾ ਹੈ, ਖੁਦਾ ਨੇ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਹੈ, ਉਸਨੇ ਆਪਣੇ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ। ਉਸਨੇ ਵਾਅਦਾ ਕੀਤਾ ਹੈ, ਮੈਂ ਬਹੁਤ ਜਲਦੀ ਆ ਰਿਹਾ ਹਾਂ, ठीक है। और नबी ने कहा, देखो मैं शीघ्र ही आने वाला हूँ, जो कुछ तेरे पास है उसे थामे रह कि कोई तेरा मुकुट ना छीन ले। भाई ब्रैनम कहते भी खुदावंद कह रहा है भी जो कुछ तेरे कोल है उसको थाम के रख, भी कोई तेरा मुकुट ना छीन लवे। मैं अपने खुदा के मंदिर में खंबा बनाऊंगा और फिर वह कभी बाहर ना निकलेगा, और मैं अपने खुदा का नाम और अपने खुदा के नगर अर्थात यरूशलेम का नाम, जो मेरे खुदा के पास है, स्वर्ग से उतरने वाला है, और अपना नया नाम उस पर लिखूंगा। और खुदा ने अपने लोगों के नाल वायदा किया है, ठीक है ना। जिदा असीं पढ़िया प्रकाश की पोथी 3:11 में जो असीं पढ़िया, उन्हें अपने लोगों के नाल वायदा किया है, ते खुदावन अपने वायदे को एक दिन पूरा करन जा रहा है। ते भाई ब्रैनम ने कहा है, इस ऊपर कोई भी टिप्पणी करने की जरूरत नहीं है। भाई ब्रैनम कहते इस पर कोई भी टिप्पणी करने की जरूरत नहीं है कि वह शीघ्र आने वाला है, क्योंकि असीं सब जानते हैं, इससे कोई टिप्पणी करने की लोड़ नहीं है। भाई ब्रैनम कहते भी यीशु मसीह आ रहा है, क्योंकि असीं जानते हाँ भी प्रभु यीशु मसीह बहुत जल्दी आ रहा है, ठीक है ना। और हम जानते हैं कि वह आ रहा है क्योंकि हम अंतिम दिनों के अंत पर हैं। भाई ब्रैनम कहते असीं अंतिम दिनों के अंत ते आ चुके हाँ, ते असीं जानते हाँ भी प्रभु यीशु मसीह आ रहा है, ते अपनी दुल्हन नूं लैके जावेगा, ते उस दे बाद कष्ट काल दे द्वारा ये दुनिया नाश कर दी जाएगी। लेकिन कष्ट काल आने तो पहलों वायदा है प्रभु यीशु मसीह अपनी दुल्हन दे नाल भी वो अपनी दुल्हन नूं लैके चला जाएगा, क्योंकि दुल्हन कष्ट काल दे विचों नहीं लंघेगी, ठीक है ना। क्योंकि दुल्हन हनोक दा नमूना है, क्योंकि हनोक सी जो कष्ट काल दे विच नहीं गया, हनोक रैप्चर दे विच गया। असीं वेखदे हां पहला रैप्चर हनोक दा होया, ठीक है, ते हनोक रैप्चर दे विच गया, ते इसे तरह दुल्हन भी रैप्चर विच जाएगी। लेकिन असीं वेखदे हां जिहड़ा नूह सीगा, नूह मूर्ख कुआरियां दा एक नमूना है, जिसनूं कष्ट काल दे विचों निकलना पिया, लेकिन हनोक रैप्चर विच उठाया गया। इसे तरह खुदा दी दुल्हन रैप्चर विच उठाई जाएगी। लेकिन जिहड़े लोग खुदा दे वचन नूं नहीं मन्नणगे, उन्हां नूं कष्ट काल दे विचों दुखां मुसीबतां मौत दे विचों दी लंघना पवेगा जाके, ठीक है ना।
ਤੇ ਇਸ ਦੁਨੀਆ ਦਾ ਇੱਕ ਦਿਨ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ। ਕਿਉਂਕਿ ਭਾਈ ਬ੍ਰੈਨਮ ਨੇ ਕਿਹਾ, ਸਾਡੇ ਯੁੱਗ ਦੇ ਨਬੀ ਨੇ ਕਿਹਾ, ਕੱਲੀ ਕੱਲੀ ਮਿਜ਼ਾਈਲ ਦੇ ਉੱਪਰ, ਪਰਮਾਣੂ ਬੰਬਾਂ ਦੇ ਉੱਪਰ, ਹਾਈਡਰੋਜਨ ਬੰਬਾਂ ਦੇ ਉੱਪਰ ਲੋਕਾਂ ਦੇ ਨਾਮ ਲਿਖੇ ਹਨ। ਕੱਲੇ ਕੱਲੇ ਮਨੁੱਖ ਦਾ ਨਾਮ ਬੰਬਾਂ ਦੇ ਉੱਪਰ ਲਿਖਿਆ ਹੋਇਆ ਹੈ, ਮਿਜ਼ਾਈਲਾਂ ਦੇ ਉੱਪਰ ਲਿਖਿਆ ਹੋਇਆ ਹੈ। ਕਿਉਂਕਿ ਇੰਨੀਆਂ ਮਿਜ਼ਾਈਲਾਂ ਇਸ ਸੰਸਾਰ ਵਿੱਚ, ਇਸ ਵਰਲਡ ਵਿੱਚ ਤਿਆਰ ਹੋ ਗਈਆਂ ਹਨ ਵੀ ਉਹ ਜਦੋਂ ਡਿੱਗਣਗੀਆਂ ਤੇ ਸਭ ਕੁਝ ਨਾਸ਼ ਹੋ ਜਾਵੇਗਾ। ਲੇਕਿਨ ਉਸ ਤੋਂ ਪਹਿਲਾਂ ਸਾਡਾ ਪ੍ਰਭੂ ਯਿਸੂ ਮਸੀਹ ਆਪਣੀ ਦੁਲਹਨ ਨੂੰ ਲੈ ਕੇ ਜਾਵੇਗਾ, ਠੀਕ ਹੈ ਨਾ। ਕਿਉਂਕਿ ਇਹ ਸਾਡੇ ਨਾਲ ਖੁਦਾ ਦਾ ਵਾਅਦਾ ਹੈ। ਇਸ ਕਰਕੇ ਖੁਦਾ ਦਾ ਵਚਨ ਕਹਿੰਦਾ ਹੈ, ਜੋ ਕੁਝ ਤੇਰੇ ਪਾਸ ਹੈ ਉਸੇ ਥਾਮੇ ਰਹਿ, ਕੋਈ ਤੇਰਾ ਮੁਕਟ ਨਾ ਛੀਨ ਲੈ। ਹੁਣ ਜੋ ਕੁਝ ਤੁਹਾਡੇ ਕੋਲ ਹੈ ਉਹਨੂੰ ਥੰਮ ਕੇ ਰੱਖਣਾ ਹੈ, ਆਪਣੇ ਵਿਸ਼ਵਾਸ ਤੋਂ ਡੋਲਣਾ ਨਹੀਂ ਹੈ। ਜੋ ਕੁਝ ਖੁਦਾ ਨੇ ਸਾਡੇ ਨਾਲ ਵਾਅਦੇ ਕੀਤੇ ਹਨ ਉਹ ਪੂਰੇ ਕਰੇਗਾ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਉਸ ਚੀਜ਼ਾਂ ਨੂੰ ਥੰਮ ਕੇ ਰੱਖਣਾ ਪੈਣਾ ਹੈ। ਖੁਦਾ ਦੇ ਵਚਨ ਵਿੱਚ ਬਣ ਕੇ ਰਹਿਣਾ ਪੈਣਾ ਹੈ। ਖੁਦਾ ਦੇ ਵਚਨ ਦੇ ਵਿੱਚ ਤੁਹਾਨੂੰ ਮਜ਼ਬੂਤੀ ਦੇ ਨਾਲ ਜੜ ਫੜ ਕੇ ਰਹਿਣਾ ਪੈਣਾ ਹੈ, ਠੀਕ ਹੈ ਨਾ। ਤੇ ਜੜ ਤਾਂ ਮਜ਼ਬੂਤ ਹੁੰਦੀ ਹੈ ਜੇ ਤੁਸੀਂ ਆਤਮਾ ਦੀ ਅਗਵਾਈ ਦੇ ਨਾਲ ਚੱਲੋ। ਕਿਉਂਕਿ ਜਿਹੜੇ ਲੋਕ ਆਤਮਾ ਦੀ ਅਗਵਾਈ ਦੇ ਨਾਲ ਚੱਲਦੇ ਹਨ ਉਹਨਾਂ ਦੀ ਜੜ੍ਹਾਂ ਕਦੇ ਵੀ ਸ਼ੈਤਾਨ ਇਹ ਸੰਸਾਰ ਹਿਲਾ ਨਹੀਂ ਸਕਦਾ। ਲੇਕਿਨ ਕਿਹਨਾਂ ਦੀ ਜੜ੍ਹਾਂ ਹਿਲ ਜਾਂਦੀਆਂ ਹਨ? ਜਿਹੜੇ ਡੂੰਘਾਈ ਵਿੱਚ ਨਹੀਂ ਲੱਗੇ ਹਨ। ਇਸ ਕਰਕੇ ਬਾਈਬਲ ਬਿਆਨ ਕਰਦੀ ਹੈ, ਜਦੋਂ ਕੋਈ ਆਪਣਾ ਘਰ ਬਣਾਵੇ ਤੇ ਉਹ ਪੱਥਰ ਦੇ ਉੱਪਰ ਬਣਾਵੇ, ਰੇਤ ਦੇ ਉੱਪਰ, ਰੇਤ ਦੇ ਟੀਲਿਆਂ ਦੇ ਘਰ ਨਹੀਂ ਬਣਾਏ ਜਾਂਦੇ, ਠੀਕ ਹੈ ਨਾ। ਮਜ਼ਬੂਤੀ ਵਾਲੀ ਜਗ੍ਹਾ ਤੇ ਘਰ ਬਣਾਇਆ ਜਾਂਦਾ ਹੈ। ਤੇ ਉਹ ਸਿਰੇ ਦਾ ਪੱਥਰ ਕੌਣ ਹੈ? ਉਹ ਸਿਰੇ ਦਾ ਪੱਥਰ ਪ੍ਰਭੂ ਯਿਸੂ ਮਸੀਹ ਹੈ। ਜਿਹਦੇ ਉੱਪਰ ਉਹ ਪੱਥਰ ਡਿੱਗੇਗਾ ਉਹਦਾ ਚਕਨਾਚੂਰ ਕਰ ਦੇਗਾ। ਜੇ ਉਸ ਪੱਥਰ ਦੇ ਉੱਪਰ ਕੋਈ ਡਿੱਗ ਗਿਆ ਤੇ ਉਹ ਵੀ ਚਕਨਾਚੂਰ ਹੋ ਜਾਵੇਗਾ। ਕਿਉਂਕਿ ਸਾਡਾ ਪ੍ਰਭੂ ਯਿਸੂ ਮਸੀਹ ਮਹਾਨ ਖੁਦਾ ਹੈ, ਉਹ ਸਾਡਾ ਮਹਾਨ ਅਯਾਲੀ ਹੈ, ਠੀਕ है। और भाई ब्रैनम ने क्या, कई सारे लोग होंगे जो मिट्टी के धूल में से जी उठेंगे। भाई ब्रैनम कहते बहुत सारे लोग होंगे ਜਿਹੜੇ मिट्टी धूल ਦੇ ਵਿੱਚੋਂ जी उठणगे, कब्रां खुल जाणगियां और उनके साथ जीवते हैं, जी उठेंगे और उसकी आदम की परीक्षा में है, आमद की परीक्षा में है, उसके संग उठ जाएंगे और उन्हें मुकुट दिए जाएंगे क्योंकि वे खुदा के बेटे हैं। ਹੁਣ ਮੁਕਟ ਕਿਉਂ ਦਿੱਤੇ ਜਾਣਗੇ? ਕਿਉਂ ਖੁਦਾਵੰਦ ਜਿਉਂਦਾ ਕਰਕੇ ਲੈ ਜਾਵੇਗਾ ਆਪਣੇ ਲੋਕਾਂ ਨੂੰ? ਕਿਉਂਕਿ ਉਹ खुदा ਦੇ बेटे ਹਨ। वे उसके साथ राजा हैं, वे उसके साथ राज कर रहे हैं। यही तो है मुकुट का मतलब। मुकुट का मतलब है खुदा दे नाल राज करना, स्वयं महाराजा के साथ राज और शासन करना। यही वायदा है उन सबके लिए जो यहाँ पृथ्वी पर उसके साथ दुख उठाते हैं। एक खुदा दा वायदा है, वो सानू मुकुट दवेगा, ਅਸੀਂ ਉਹਦੇ ਨਾਲ ਰਾਜ ਕਰਾਂਗੇ। ਜਿਹੜੇ ਲੋਕ ਦੁੱਖ ਉਠਾ ਰਹੇ ਨੇ ਇਸ ਧਰਤੀ ਦੇ ਉੱਪਰ, ਭਾਈ ਬ੍ਰੈਨਮ, ਵਿਲੀਅਮ ਮੈਰਿਨ ਬ੍ਰੈਨਮ ਦੇ ਸੰਦੇਸ਼ਾਂ ਦੇ ਉੱਪਰ ਜਿਹੜੇ ਲੋਕ ਚੱਲ ਰਹੇ ਹਨ, ਪਵਿੱਤਰ ਆਤਮਾ ਦੇ ਨਾਲ ਭਰ ਕੇ ਦੁੱਖ ਉਠਾ ਰਹੇ ਹਨ, ਉਹ वे सभी जो धीरज के साथ सहते रहे, यह जानते हुए कि खुदा जो धर्मी है, न्यायाधीश है, उन्हें पुरस्कृत करेगा। वे जिन्होंने उसके लिए सब कुछ छोड़ दिया और उसके लिए समर्पित हो गए, उसके सिंहासन में बैठेंगे और उसके महिमामयी राज्य के भागी होंगे। किहड़े लोग? पर मैं नहीं कह रहा, जो प्रचार किया जाता लोग चिड़ते आ, जो मैं सच्चाई बोलता बहुत सारे लोग चिड़ जाते हैं। क्योंकि पिछले समय च मैं प्रचार किया भी जिहड़ियां औरतां ने, भैणां ने, मसीह भैणां वो वचन तो बाहर काम नहीं कर सकदियां, ते बहुत सारे लोग विरोध 'ਚ खड़े हो गए। लेकिन मैं नहीं बोल रहा, बाइबल दे विच साडे युग दे नबी ने संदेशां विच क्या है, ठीक है ना। क्योंकि उन्हें क्या, जो धीरज के साथ सहते हैं, खुदा के साथ, ठीक है ना, सही तरीके से चलते हैं, सब कुछ जिन्होंने छोड़ दिया है, कहता ਉਹ ਉਹਦੇ ਨਾਲ ਭਾਗੀ ਹੋਣਗੇ ਜਿਨ੍ਹਾਂ ਨੇ ਸਭ ਕੁਝ ਛੱਡ ਦਿੱਤਾ ਹੈ। ਇਹ ਸੰਸਾਰਿਕ ਕੰਮ ਛੱਡ ਦਿੱਤੇ ਹਨ, ਉਹਨਾਂ ਨੇ ਕੰਪਰਮਾਈਜ਼ ਨਹੀਂ ਕੀਤਾ ਕਿਸੇ ਦੇ ਨਾਲ ਵੀ, ਜਨਮ ਸਿੱਧ ਅਧਿਕਾਰ ਨਹੀਂ ਵੇਚਿਆ, ਠੀਕ ਹੈ ਨਾ। ਜਿਨ੍ਹਾਂ ਨੇ ਆਪਣਾ ਜਨਮ ਸਿੱਧ ਅਧਿਕਾਰ ਵੇਚ ਦਿੱਤਾ ਉਹ ਉਹਦੇ ਨਾਲ ਵਾਰਿਸ ਨਹੀਂ ਹੋਣਗੇ। ਤੇ ਅੱਜ ਬਹੁਤ ਸਾਰੇ ਲੋਕ ਹਨ ਐਂਡ ਟਾਈਮ ਮੈਸੇਜ ਦੇ ਵਿੱਚ ਜਿਨ੍ਹਾਂ ਨੇ ਆਪਣਾ ਜਨਮ ਸਿੱਧ ਅਧਿਕਾਰ ਵੇਚ ਦਿੱਤਾ ਹੈ, ਲੋਕਾਂ ਦੇ ਨਾਲ ਕੰਪਰਮਾਈਜ਼ ਕਰ ਰਹੇ ਹਨ। ਉਹ ਲੋਕ ਉਠਾਏ ਨਹੀਂ ਜਾਣਗੇ। ਤੇ ਯਿਸੂ ਮਸੀਹ ਨੇ ਕਿਹਾ ਹੈ, ਮੈਂ ਨਹੀਂ ਕਹਿੰਦਾ, ਪ੍ਰਭੂ ਯਿਸੂ ਮਸੀਹ ਨੇ ਕਿਹਾ ਹੈ, ਇਹ ਆਪਣੇ ਪਿਤਾ ਸ਼ੈਤਾਨ ਤੋਂ ਹਨ। ਕਿਉਂਕਿ ਸੰਤ ਪੌਲੁਸ ਨੇ ਕਿਹਾ ਹੈ, ਜੋ ਸਿੱਖਿਆ ਅਸੀਂ ਤੁਹਾਨੂੰ ਦਿੱਤੀ, ਜੇ ਇਸ ਤੋਂ ਇਲਾਵਾ ਕੋਈ ਹੋਰ ਸਿੱਖਿਆ ਦੇਵੇ ਤੇ ਉਹ ਸ਼ਾਪਿਤ ਹੋਵੇ।
ਚਾਹੇ ਉਹ ਕੋਈ ਮਿਸ਼ਨਰੀ ਹੋਵੇ, ਚਾਹੇ ਕੋਈ ਸੰਦੇਸ਼ ਦਾ ਪਾਸਟਰ ਹੋਵੇ, ਜੇ ਕੋਈ ਗਲਤ ਡਾਕਟਰਿਨ ਆਪਣੇ ਵੱਲੋਂ ਦੇ ਰਿਹਾ ਹੈ, ਸਿੱਖਿਆ ਦੇ ਰਿਹਾ, ਤੇ ਉਹ ਸ਼ਾਪਿਤ ਦੂਤ ਹੈ। ਕਿਉਂਕਿ ਖੁਦਾਵੰਦ ਕਿਸ ਦਾ ਲਿਹਾਜ਼ ਨਹੀਂ ਲੈਂਦਾ। ਪ੍ਰਭੂ ਯੀਸ਼ੂ ਮਸੀਹ ਜੋ ਵਚਨ ਹੈ ਉਹ ਕਿਸ ਦਾ ਲਿਹਾਜ਼ ਨਹੀਂ ਲੈਂਦਾ। ਵਚਨ ਵਚਨ ਹੈ ਤੇ ਵਚਨ ਹਮੇਸ਼ਾ ਆਮੀਨ ਹੈ। ਜੋ ਖੁਦਾ ਨੇ ਕਿਹਾ ਸੱਚ ਤੇ ਆਮੀਨ ਹੈ। ਇਸ ਕਰਕੇ ਕੋਈ ਵੀ ਬੰਦਾ ਵਚਨ ਤੋਂ ਬਾਹਰ ਕੰਮ ਨਹੀਂ ਕਰ ਸਕਦਾ, ਭਾਵੇਂ ਉਹਦੇ ਕੋਲ 500 ਬੰਦਾ ਆਂਦਾ ਹੋਵੇ ਚਰਚ 'ਚ, ਜਿੰਨੀ ਮਰਜ਼ੀ ਉਹਦੇ ਕੋਲ ਡਾਕਟਰਿਨ ਹੋਵੇ ਕਿਸੇ ਵੀ ਤਰ੍ਹਾਂ ਦੀ, ਜੇ ਉਹ ਵਚਨ ਤੋਂ ਬਾਹਰ ਕੰਮ ਕਰ ਰਿਹਾ ਹੈ ਤੇ ਆਪਣੇ ਪਿਤਾ ਸ਼ੈਤਾਨ ਤੋਂ ਹੈ ਉਹ। ਕਿਉਂਕਿ ਬਾਈਬਲ ਇਸੇ ਤਰ੍ਹਾਂ ਬਿਆਨ ਕਰਦੀ ਹੈ, ਭਾਈ ਬ੍ਰੈਨਮ ਦੇ ਸੰਦੇਸ਼ ਇਸੇ ਤਰ੍ਹਾਂ ਬਿਆਨ ਕਰਦੇ ਹਨ, ठीक है ना। क्योंकि साफ लिखा, जो उसके साथ दुख उठाते हैं और धीरज के साथ सहते रहते हैं, जिन्होंने सब कुछ छोड़ दिया है और उसके लिए समर्पित हो गए हैं। सारा को छड्डण दा मतलब सबको छड़ देना, ठीक है ना। ये नहीं भी घर चलाने वास्ते गलत नौकरियां करी जाओ, गलत काम करी जाओ, ठीक है। जे वचन कहंदा जिथे कोई गलत काम है तुहानू छड्डना पवेगा ते छड्डना पवेगा, चाहे वो नौकरियां हन, चाहे रिश्तेदारियां हन, कुछ भी क्यों ना होवे तुहानू छड्डना पैना है। खुदा दे वचन नू पहल देनी पैनी है। लेकिन तुसी देखो अज गिरियां होईयां शापित सेवकाइयां दे अंदर लोकां दे जीवन नाश किते जा रहे हैं। लोकां नू सही गल्लां सिखाईयां नहीं जांदियां, लोकां नू दस्सिया नहीं जांदा भी भैण भाई तू आ नौकरी करनी है, तू आ नौकरी नहीं करनी, तू आ काम करने, तू आ नहीं करने, सिखाया नहीं जाता। क्यों सिखाया नहीं जाता? क्योंकि पता जे ज़्यादा सख्ती की ते लोकां ने भज जाना, दशमाश चंदा सब बंद हो जाना। ते एक सच्चे सेवक की निशानी नहीं है। सच्चा सेवक हमेशा सच बोलता है, क्योंकि पवित्र आत्मा किस दा लिहाज नहीं लैंदा, ठीक है ना। खुदावंद कदे किस दा लिहाज नहीं लैंदा। इस करके खुदा ने कहा ताड़ी हाँ दी हाँ ते ना दी ना होवे। लेकिन अस तुसी देखो दोगले लोग हन, दोगले सेवकाइयां हन, दोगले सेवक हन, सब कुछ दोगला खच्चर विद्या अज एंड टाइम मैसेज दे चर्चा विच आ गई है। क्योंकि डिनोमिनेशन चर्चा दे पिछे असी कहंदे आ शैतान है, ठीक है, लेकिन अज शैतान असल रूप दे विच कित्थे काम कर रहा है। डिनोमिनेशन चर्चा तां शैतान दे हत्थां विच ऑलरेडी हन, लेकिन अज जिहड़ा दुष्ट आत्मा है, शैतान है, उस काम कित्थे कर रहा है। अज संदेश दे चर्चा दे विच दुष्ट आत्मा काम कर रहा है ते पकड़ किन्हां नूं रहा है? पास्टरां नूं। लेकिन ये किहड़े पास्टर हन एंड टाइम मैसेज दे जिहड़े शैतान दे उस कंट्रोल विच आ रहे हन? ये हन मूर्ख कुआरियां। क्योंकि असीं बाइबल विच पढ़दे हां चतर कुआरियां, मूर्ख कुआरियां ते एक वड्डी कंजरी वैश्या जो पानी उत्ते बैठी हुई है। बहुत सारे लोग कह देंदे हन भी मूर्ख कुआरियां डिनोमिनेशन चर्च हन, लेकिन असीं जे बाइबल पढ़ते हाँ, बाइबल च लिखिया है वो वड्डी कंजरी वड्डी वैश्या पानियां ते बैठी है। वो वड्डी कंजरी जो वैश्या है डिनोमिनेशन चर्चा ने जो ओ मूर्ख कुआरियां नहीं हन। इस करके बहुत सारे संदेश दे लोगों को ये नहीं पता भी मूर्ख कुआरियां की है। मूर्ख कुआरियां वो लोग हन जिन्हां दे हत्थां दे विच भाई ब्रैनम दे संदेश हन, यीशु मसीह के नाम से बैप्टाइज लिया है, लेकिन तेल नहीं है। तेल दा मतलब पवित्र आत्मा नहीं है उन्हां दे कोल। कल्ली डॉक्ट्रिन है, एंड टाइम मैसेज दी डॉक्ट्रिन है, नबी दे संदेशां दा ज्ञान है, लेकिन पवित्र आत्मा नहीं है। काम सब दे सब संसारिक हन ते नाम किदा लैंदे हन? साडा नबी जी भाई विलियम ब्रैनम है। ये कौन ने? यही ते है मूर्ख कुआरियां। एंड टाइम मैसेज दे लोग पास्टर नबी दा नाम दा इस्तेमाल करने वाले मूर्ख कुआरियां हन ते वड्डी कंजरी वैश्या डिनोमिनेशन चर्च हन। क्योंकि असीं जदों देखदे हां रोम वाल, जो रोम है ਉਹਦੇ ਬਾਰੇ ਲਿਖਿਆ ਗਿਆ ਹੈ ਬਾਈਬਲ ਦੇ ਵਿੱਚ, ਠੀਕ ਹੈ, ਤੇ ਉਹਦੀਆਂ ਧੀਆਂ ਵੀ ਹਨ ਜਿਨ੍ਹਾਂ ਆਲਰੇਡੀ ਡਿਨੋਮੀਨੇਸ਼ਨ ਚਰਚ ਹਨ, ਮਿਸ਼ਨਾਂ ਜਥੇਬੰਦੀਆਂ ਹਨ, ਸਭ ਦੀ ਸਭ ਵੈਸ਼ਿਆ ਹੈ ਤੇ ਮੁਰਖ ਕੁਆਰੀਆਂ ਐਂਡ ਟਾਈਮ ਮੈਸੇਜ ਦੇ ਚਰਚ ਹਨ, ਜਿਹੜੇ ਕਿ ਪਵਿੱਤਰ ਆਤਮਾ ਤੋਂ ਖਾਲੀ ਹਨ। ਲੇਕਿਨ ਪਵਿੱਤਰ ਆਤਮਾ ਪਾਏ ਹੋਏ ਕੀ ਕਰ ਰਹੇ ਹਨ? ਪਵਿੱਤਰ ਆਤਮਾ ਪਾਏ ਹੋਏ ਚਰਚਾਂ ਵਿੱਚ ਦੇਖ ਲਓ ਕਿੰਨੀ ਕੁ ਭੀੜ ਆ। ਜਿਹੜੇ ਸੇਵਕ ਪਵਿੱਤਰ ਆਤਮਾ ਪਾਏ ਹੋਏ ਹਨ ਐਂਡ ਟਾਈਮ ਮੈਸੇਜ ਦੇ ਵਿੱਚ ਵਚਨ ਦੀ ਡਾਂਗ ਫੇਰ ਰਹੇ ਹਨ, ਲੋਕਾਂ ਨੂੰ ਵਧੀਆ ਸਿਖਾ ਰਹੇ ਹਨ, ਉੱਥੇ ਲੋਕ ਜਾ ਕੇ ਖੁਸ਼ ਨਹੀਂ ਹਨ। ਉਹ ਕਹਿੰਦੇ ਬੜੀ ਸਖਤੀ ਕਰਦਾ ਹੈ,
ਲੇਕਿਨ ਜੀਵਨ ਸ਼ਕਤੀ ਦੇ ਵਿੱਚ ਹੈ, ਤਾੜਨਾ ਦੇ ਵਿੱਚ ਜੀਵਨ ਹੈ। ਠੀਕ ਹੈ ਨਾ। ਇਸ ਕਰਕੇ ਮੈਂ ਸਮਝਾ ਰਿਹਾ ਹਾਂ, ਮੂਰਖ ਕੁਆਰੀਆਂ, ਚਤਰ ਕੁਆਰੀਆਂ ਤੇ ਪਾਣੀਆਂ ਉੱਪਰ ਬੈਠੀ ਹੋਈ ਕੰਜਰੀ ਵੈਸ਼ਿਆ, ਇਹ ਤਿੰਨੋਂ ਅਲੱਗ-ਅਲੱਗ ਹਨ। ਇਸ ਕਰਕੇ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਠੀਕ ਹੈ ਨਾ। ਹੁਣ ਨਬੀ ਨੇ ਕਿਹਾ, ਉਹ ਇਸ ਸਮੇਂ ਹਮਾਰੇ ਪਾਸ ਇੱਕ ਵਚਨ ਹੈ। ਹੁਣ ਸਾਡੇ ਕੋਲ ਹੈ ਕੀ ਇਸ ਸਮੇਂ? ਅੱਜ ਦੇ ਸਮੇਂ ਵਿੱਚ ਸਾਡੇ ਕੋਲ ਕੀ ਬਚਿਆ ਹੈ? ਸਿਰਫ ਵਚਨ ਬਚਿਆ ਹੈ ਜਿਹਦੇ ਉੱਪਰ ਅਸੀਂ ਵਿਸ਼ਵਾਸ ਕਰ ਸਕਦੇ ਹਾਂ। वह है, थामे रहो, डटे रहो, हार मत मानो, खुदा के सारे हथियार धारण कर लो, प्रत्येक अस्त्र का प्रयोग करो जो उसने हमें दिया। भाई ब्रैनम कहते साडे कोल सी वचन ही है जिहदे उपर असीं विश्वास कर सकते हाँ। होर असीं किसी दे उपर विश्वास नहीं करते, सिर्फ वचन दे उपर विश्वास कर सकते हाँ। ਅੱਜ ਕੋਈ ਮਨੁੱਖ ਤੇ ਵਿਸ਼ਵਾਸ ਨਹੀਂ ਕਰਦਾ, ਰਿਸ਼ਤੇਦਾਰ ਤੇ ਵਿਸ਼ਵਾਸ ਨਹੀਂ ਕਰਦਾ, ਭੈਣ ਭਾਈ ਤੇ ਵਿਸ਼ਵਾਸ ਨਹੀਂ ਕਰਦਾ, ਕੋਈ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ। ਲੇਕਿਨ ਵਿਸ਼ਵਾਸ ਸਿਰਫ ਤੇ ਸਿਰਫ ਵਚਨ ਤੇ ਕੀਤਾ ਜਾਂਦਾ ਹੈ, ਕਿਉਂਕਿ ਵਚਨ ਹੀ ਹੈ ਜੋ ਕਦੇ ਬਦਲਦਾ ਨਹੀਂ ਹੈ। ਕਿਉਂਕਿ ਵਚਨ ਯੁਗਾਂ ਨੂੰ ਯੁਗ ਇੱਕੋ ਜਿਹਾ ਹੈ। ਸਾਡਾ ਖੁਦਾਵੰਦ ਯੁਗਾਂ ਨੂੰ ਯੁਗ ਇੱਕੋ ਜਿਹਾ ਖੁਦਾ ਹੈ, ਤੇ ਜਿਹਦੇ ਅੰਦਰ ਖੁਦਾ ਦਾ ਵਚਨ ਹੈ, ਤੁਸੀਂ ਉਸ ਪਵਿੱਤਰ ਆਤਮਾ ਪਾਏ ਹੋਏ ਮਨੁੱਖ ਤੇ ਵੀ ਵਿਸ਼ਵਾਸ ਕਰ ਸਕਦੇ ਹੋ। ਵੈਸੇ ਅਸੀਂ ਕਿਸੇ ਮਨੁੱਖ ਤੇ ਵਿਸ਼ਵਾਸ ਨਹੀਂ ਕਰ ਸਕਦੇ, ਲੇਕਿਨ ਪਵਿੱਤਰ ਆਤਮਾ ਪਾਏ ਹੋਏ ਮਨੁੱਖ ਦੇ ਵਿੱਚ ਅਸੀਂ ਵਿਸ਼ਵਾਸ ਕਰ ਸਕਦੇ ਹਾਂ। ਕਿਉਂਕਿ ਜਦੋਂ ਮੂਸਾ ਦ੍ਰਿਸ਼ ਤੇ ਸੀਗਾ ਤੇ ਯਹੋਸ਼ੂਆ ਮੂਸਾ ਤੇ ਵਿਸ਼ਵਾਸ ਕਰਦਾ ਸੀ। ਕਿਉਂ ਕਰਦਾ ਸੀ? ਕਿਉਂਕਿ ਯਹੋਸ਼ੂਆ ਨੂੰ ਪਤਾ ਸੀ ਵੀ ਮੂਸਾ ਦੇ ਅੰਦਰ ਖੁਦ ਇਲੋਹੀਮ ਰਹਿੰਦਾ ਹੈ, ਖੁਦ ਖੁਦਾਵੰਦ ਰਹਿੰਦਾ ਹੈ। ਤੇ ਜਿੱਥੇ ਜਿੱਥੇ ਮੂਸਾ ਜਾਂਦਾ ਸੀ, ਯਹੋਸ਼ੂਆ ਉਹਦੇ ਮਗਰ ਜਾਂਦਾ ਸੀ। ਇਸੇ ਤਰ੍ਹਾਂ ਅਲੀਸ਼ਾ ਨੂੰ ਪਤਾ ਸੀ ਵੀ ਏਲੀਆ ਦੇ ਅੰਦਰ ਖੁਦ ਖੁਦਾਵੰਦ ਰਹਿੰਦਾ ਹੈ, ਉਹ ਅੱਗ ਰਹਿੰਦੀ ਹੈ। ਤੇ ਜਿੱਥੇ ਜਿੱਥੇ ਏਲੀਆ ਜਾਂਦਾ ਸੀ, ਉਹਦੇ ਪਿੱਛੇ ਅਲੀਸ਼ਾ ਜਾਂਦਾ ਸੀ। ਤੇ ਏਲੀਆ ਉਹਨੂੰ ਕਹਿੰਦਾ ਸੀ, ਮੈਂ ਜਾ ਰਿਹਾ ਹਾਂ, ਤੂੰ ਇੱਥੇ ਠਹਿਰ ਜਾ। ਉਹ ਕਹਿੰਦਾ, ਨਹੀਂ, ਜਿੱਥੇ ਤੂੰ ਜਾਵੇਂਗਾ ਉੱਥੇ ਮੈਂ ਜਾਵਾਂਗਾ। ਤੇ ਅੱਜ ਦੁਲਹਨ ਵੀ ਜਾਣਦੀ ਹੈ ਵੀ ਭਾਈ ਵਿਲੀਅਮ ਮੈਰਿਨ ਬ੍ਰੈਨਮ ਦੇ ਜੋ ਸੰਦੇਸ਼ ਪ੍ਰਚਾਰੇ ਗਏ ਹਨ, ਉਹ ਪਵਿੱਤਰ ਆਤਮਾ ਦੁਆਰਾ ਪ੍ਰਚਾਰੇ ਗਏ ਹਨ। ਤੇ ਅਸੀਂ ਸੰਦੇਸ਼ਾਂ ਤੇ ਵਿਸ਼ਵਾਸ ਕਰਦੇ ਹਾਂ, ਤੇ ਜਿੱਥੇ ਜਿੱਥੇ ਸੰਦੇਸ਼ ਸਾਨੂੰ ਲੈ ਕੇ ਜਾਵੇਗਾ, ਅਸੀਂ ਉੱਥੇ ਜਾਵਾਂਗੇ। ਜੇ ਸੰਦੇਸ਼ ਸਾਨੂੰ ਸੰਸਾਰ ਚੋਂ ਬਾਹਰ ਕੱਢ ਰਿਹਾ ਹੈ, ਤੇ ਅਸੀਂ ਸੰਸਾਰ ਚੋਂ ਬਾਹਰ ਨਿਕਲਣਾ ਹੈ। ਜੇ ਸੰਦੇਸ਼ ਸਾਨੂੰ ਮਨਾ ਕਰ ਰਿਹਾ ਹੈ ਵੀ ਜਨਾਨੀ ਉੱਤੇ ਮਰਦ ਦਾ ਭੇਸ ਨਾ ਹੋਵੇ, ਤੇ ਤੁਹਾਨੂੰ ਮੰਨਣਾ ਪਵੇਗਾ। ਜੇ ਤੁਸੀਂ ਨਹੀਂ ਮੰਨਦੇ ਤੇ ਖੁਦਾ ਦਾ ਪ੍ਰੇਮ ਤੁਹਾਡੇ ਵਿੱਚ ਨਹੀਂ ਹੈ। ਕਿਉਂਕਿ ਬਾਈਬਲ ਬਿਆਨ ਕਰਦੀ ਹੈ, ਇਸ ਸੰਸਾਰ ਦੇ ਨਾਲ ਮੋਹ ਨਾ ਰੱਖੋ। ਜੇ ਕੋਈ ਸੰਸਾਰ ਦੇ ਨਾਲ ਮੋਹ ਰੱਖਦਾ ਹੋਵੇ ਤੇ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਤੇ ਪਿਤਾ ਕੌਣ ਹੈ? ਪਿਤਾ ਪ੍ਰਭੂ ਯੀਸ਼ੂ ਮਸੀਹ ਹੈ। ਤੇ ਯੀਸ਼ੂ ਮਸੀਹ ਫਿਰ ਉਸ ਮਨੁੱਖ ਦੇ ਅੰਦਰ ਨਹੀਂ ਹੈ ਜੋ ਮਨੁੱਖ ਆਗਿਆਕਾਰੀ ਨਹੀਂ ਕਰਦਾ। ਇਸ ਕਰਕੇ ਆਪਣੇ ਜੀਵਨ ਨੂੰ ਸੁਧਾਰਨ ਦੀ ਲੋੜ ਹੈ। ਅੱਜ ਲੋਕ ਗਿਆਨ ਇਕੱਠਾ ਕਰੀ ਫਿਰਦੇ ਆ। ਸੰਦੇਸ਼ ਦੇ ਚਰਚਾ ਵਿੱਚ ਜਾਓ, ਬੜਾ ਗਿਆਨ ਆ ਜੀ ਲੋਕਾਂ ਕੋ, ਮੋਹਰਾਂ ਸਿੱਖ ਲੀਆਂ, ਭਾਈ ਬ੍ਰੈਨਮ ਨੇ ਜੋ ਦੱਸਿਆ ਸਭ ਸਿੱਖ ਲਿਆ, ਲੇਕਿਨ ਤੇਲ ਨਹੀਂ ਹੈ। ਜੇ ਤੇਲ ਨਹੀਂ ਹੈ ਤੇ ਉਠਾਇਆ ਜਾਣਾ ਨਹੀਂ ਹੋਵੇਗਾ, ਰੈਪਚਰ ਨਹੀਂ ਹੋਵੇਗਾ ਬਿਨਾ ਤੇਲ ਤੋਂ। ਕਿਉਂਕਿ ਮੂਰਖ ਕੁਆਰੀਆਂ ਰੈਪਚਰ ਵਿੱਚ ਨਹੀਂ ਜਾਣਗੀਆਂ। ਇਸ ਗੱਲ ਨੂੰ ਯਾਦ ਰੱਖੋ। ਯੀਸ਼ੂ ਮਸੀਹ ਦੇ ਨਾਮ 'ਚ ਵਸਮਾ ਲੈਣ ਦੇ ਨਾਲ ਰੈਪਚਰ ਨਹੀਂ ਹੋ ਜਾਣਾ। ਠੀਕ ਹੈ ਨਾ। ਤੇਲ ਹੋਣਾ ਚਾਹੀਦਾ ਹੈ ਕੋਲ। बिना तेल तो रैप्चर नहीं है, बिना पवित्र आत्मा तो रैप्चर नहीं है। इस करके मूर्ख कुवारियां रैप्चर विच नहीं जाणगियां। ठीक है। उसके हरेक अस्त्र शस्त्र का प्रयोग करो जो उसने हमें दिया है। प्रत्येक वरदान जो हमें दिया गया है उसे इस्तेमाल करो और आनंद के साथ आगे की ओर देखो, क्योंकि हमारी ताजपोशी की जाएगी उसी के द्वारा जो राजाओं का राजा और प्रभुओं का प्रभु है। हुण ताजपोशी होनी है इहदे द्वारा, प्रभुओं दा प्रभु ते राजियां दा राजा, जिहदा नाम अनंत काल दा पिता, शांति दा राजकुमार प्रभु यीशु मसीह है। ते प्रभु यीशु मसीह कदे भी अपनी दुल्हन तो बिना कुछ नहीं करता। हमेशा वो अपनी दुल्हन दे नाल होके काम करता है, क्योंकि दुल्हन ओदा 50% हिस्सा है यीशु मसीह दा। ते बिना दुल्हन तो
प्रभु यीशु मसीह कुछ नहीं करता, वो अपनी दुल्हन नूं प्यार करता है, इस करके वो धरती ते आया। उन्हें कोड़ियां दी मार खाधी। जो प्रभु यीशु मसीह नूं कोड़े मारे जा रहे सी, ओदी हड्डियां भी दिख रही सी। उन्हें दुख दर्द सिया, मूँह ते चपेड़ा खादियां, ओदे बाल पुट्टे गए, ओदी दाढ़ी पुट्टी गई, ओदे मूँह ते थुक्या गया। ठीक है ना, उन्होंने नंगा करके कलवरी क्रूस ते चढ़ा दिता गया। क्यों? अपनी दुल्हन दे लिए उसने सब कुछ किया, क्योंकि लाड़ा अपनी लाड़ी दे लिए दुख चलता है ते उसने करके विखाया। ते जे यीशु मसीह ने कुछ किया है ते जरूर है फिर इहदी दुल्हन भी कुछ करे। ਇਹ ਕਿੱਦਾਂ ਹੋ ਸਕਦਾ? ਦੋ ਜਣੇ ਆਪਸ 'ਚ ਪਿਆਰ ਕਰਦੇ ਹੋਣ ਤੇ ਇੱਕ ਦੁੱਖ ਚੱਲੀ ਜਾਵੇ ਤੇ ਦੂਜਾ ਵਿਹਲਾ ਬੈਠਾ ਹੋਵੇ, ਇਦਾਂ ਨਹੀਂ ਹੋ ਸਕਦਾ। ਠੀਕ ਹੈ ਨਾ, ਇਸ ਕਰਕੇ ਜੇ ਯੀਸ਼ੂ ਮਸੀਹ ਨੇ ਆਪਣੀ ਜਾਨ ਦਿੱਤੀ ਹੈ, अपना राजपात छड़ के धरती ते आ गया, ते अज दुल्हन भी कुछ कर रही है, क्योंकि दुल्हन ओदा हिस्सा है। जो गुण पति दे अंदर सी ओही ओदी पत्नी दे अंदर होने भी जरूरी हैं। ते इस करके ओदी दुल्हन जो है वचन दे अनुसार अज जीवन व्यतीत कर रही है। ठीक है, लेकिन जीवन तो बाहर कौन है? बहुत सारे लोग हैं जो कहते हैं असी दुल्हन असी दुल्हन। दुल्हन कहण दे नाल कोई दुल्हन नहीं बनता। दुल्हन दे अंदर गुण हुंदे हन, दुल्हन दी एक पछाण हुंदी है, दुल्हन श्रृंगार कीती हुई हुंदी है। काहदे नाल? वचन दे नाल। जे वचन दे नाल तुहाडा श्रृंगार नहीं है ते तुसी झूठी दुल्हन हो, झूठी ब्राइड। ठीक है, क्योंकि अस दो तरह दी ब्राइडां हन। एक ब्राइड वो है जिसने अपने आप नूं संसार तो अड्ड कर लिया है। ठीक है, एक ब्राइड वो है जिहड़ी संसार च घूमी फिरदी आ। ठीक है ना, शैतान दी दुल्हन। जे खुदा दी दुल्हन है तो शैतान दी भी एक दुल्हन है। जे खुदा अपनी दुल्हन ऊपर लैके जाएगा तो शैतान भी तो फिर अपनी दुल्हन लैके जाएगा जिथे वो रहेगा। तो शैतान अपनी दुल्हन अथाह कुंड नरक दे विच लैके जाएगा, क्योंकि यीशु मसीह कहता मैं बहुत जल्दी आ रहा हूं, इनाम मेरे कोल है भाई, जिहा जिसका काम है तेहा उसनू बदला भी दिया। इस करके इनाम मिलना सारिਆਂ ਨੂੰ, चिंता ना करो। जिन्ने एंड टाइम मैसेज दे लोग हन, संदेशा विच आए हन या मिशना दे विच हन, कोई भी होवे, इनाम सारिਆਂ ਨੂੰ मिलना। कोई भी चिंता ना करे, घबरावे ना। इनाम रखिया प्रभु ने, बहुत बड़ा इनाम रखिया है। जेड़े यीशु मसीह दे वचन दे उपर चल रहे हन, जिन्हां ने अपना जन्म सिद्ध अधिकार नहीं बेचिया, वो इनाम दे विच रैप्चर प्राप्त करनगे। लेकिन जिन्हां ने अपना जन्म सिद्ध अधिकार बेच दिता है, इनाम दे विच नरक दी बलदी हुई अग नूं वो प्राप्त कर लैणगे। क्योंकि दो ही स्थान हन, एक उपर ते एक थल्ले। ठीक है ना, तीजा कोई स्थान नहीं है। क्योंकि जिहड़ा उपर दा है वो उपरलियां गल्लां करदा है, जिहड़ा संसारिक है वो पता की कहंदा? संसारिक बंदा। जिस भैन ने नौकरी छड़ दिती ते फिर घर किद्दां चलेगा? इस करके इस भैन नूं पैंट पा के नौकरी करनी पैनी है। बड़ी वधिया डॉक्ट्रिन है, बाइबल तां बयान करदी है जनानी ते मर्द दा भेस ना होवे। ते तुसीं देखो किद्दां लोकां दे जीवन अज संदेश दे पास्टर ही नाश करी जांदे आ। आओ असीं कढांगे व्यवस्था सार 22:5। व्यवस्था सार 22:5। व्यवस्था सार 22:5 लिखिया है, जनानी उत्ते मर्द दा भेस ना होवे, ना मर्द जनानी दा बस्तर पावे। क्यों जो हर एक जेड़ा ये काम करे वो यहोवा तेरे खुदा दे अगे घिनौना है। हुण कौन है घिनौना? जेड़ा इस वचन तो उल्ट होके काम करे। जे जनानियां बंदियां दे कपड़े पाए फिरदी आ, बंदे जनानियां दे कपड़े पाए फिरदे आ, ते घिनौने हन। ते खुदावंद घिनौने बंदे नूं पसंद नहीं करदा। ते जिहड़े सिखा रहे हैं एंड टाइम ऐसे दे चर्चा च भी जिस भैन ने नौकरी छड्डती पेंट वाली, जिथे इहनूं पेंट पानी पैंदी है, भावें ऑफिस है, ठीक है, भावें उसने कोई कोर्स किया है मेडिकल लाइन का, और स्टाफ नर्स है, कुछ भी है,
ठीक है। जो पेंट पा के नौकरी कर रही है तो एक वैश्या दे आत्मा ने उसको फड़िया होया है, क्योंकि साडे युग दा नबी कहंदा उस दे अंदर वैश्या दा आत्मा है। भावें वो अपने पति दे नाल बड़ी वफादारी दे नाल चल रही है, जदों दी उहदी मैरिज हुई है, कई साल तो उहदी मैरिज हुई है, 5 साल 10 साल तो अपने पति दे नाल बड़ी ही वफादारी दे नाल वो चल रही है, किसी होर दे नाल उहदा रिलेशन नहीं है। भावें वो बाहर दी कंट्रियां 'च नौकरी कर रही है, किते भी है, अपने पति दे नाल उहदा वधिया रिलेशन बनया होया है, बाहर किस नाल उहदा कोई गलत लिंक नहीं है। लेकिन जे वो भैन पेंट पांदी है ते हॉस्पिटल दे विच काम कर रही है, वो वैश्या आ, वैश्या दे आत्मा ने ओनू फड़िया होया है, ठीक है ना। ते भाई ब्रैनम ने कहा तुसी धरती ते चलदा फिरदा नरक वेख सकते हो, मॉलां विच जाओ, सिनेमा घरां विच वेखो, इस संसार विच देखो, चलदा फिरदा होया नरक तुसी वेख सकते हो। इस करके खुदा मेरे खुदा ने क्या है भी जनानी उपर मर्द दा भेस ना होवे। ते लोग कहंदे हन भी असी कोड लभ रहे हां इस दे उपर, सब तो वड्डा कोड बाइबल 'च है। भाई ब्रैनम ने जिन्ने प्रचार किए हैं, भाई ब्रैनम ने क्या एक भी प्रचार जे बाइबल तो बिना मैं किया होवे ते मैं झूठा नबी हाँ। जिन्ने प्रचार भाई ब्रैनम ने किए हैं, सब तो पहले भाई ब्रैनम ने बाइबल की ऐतां चखियां, फिर उन्होंने प्रचार किया। कोई भी प्रचार भाई ब्रैनम ने सीधा नहीं कर दिता भी भाई ब्रैनम ने क्या हो मैं आ प्रचार कर रहा जी मान लो। भाई ब्रैनम ने हमेशा जिन्ने प्रचार किए हैं, भाई ब्रैनम ने पहलों बाइबल के विचों ऐतां चखियां, फिर वो ऐतां नूं समझाया। बिना ऐतां तो भाई ब्रैनम ने अज तक कोई प्रचार नहीं किया। ते भाई ब्रैनम ने कहा भी जे मैं बाइबल की ऐतां तो बिना प्रचार करा ते मैं झूठा नबी हाँ। ते बाइबल कहती है जनानी उत्ते मर्द का भेस ना होवे, ते इस तो वड्डा किहड़ा कोड हो सकता है। ते अज लोग कहते हैं असीं कोड लभ रहे हैं जी बाइबल दे विचों। जे इन्नी समझ नहीं है ते लोकां नूं सिखाउण दा फायदा की है। फिर ਅਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਸੰਦੇਸ਼ ਦੇ ਪਾਸਟਰ ਹਾਂ ਜੀ, ਅਸੀਂ ਅੱਡ ਕੀਤੇ ਹੋਏ ਪਾਸਟਰ ਹਾਂ। ਜੇ ਸੰਦੇਸ਼ ਦੇ ਪਾਸਟਰ ਨੂੰ ਊੜਾ ਐੜਾ ਨਹੀਂ ਪਤਾ, ਇਸ ਚੀਜ਼ ਦਾ ਨਹੀਂ ਪਤਾ ਉਹਨੂੰ ਹੈ ਵੀ ਜਨਾਨੀ ਤੇ ਮਰਦ ਦਾ ਭੇਸ ਨਹੀਂ ਹੋਣਾ ਚਾਹੀਦਾ। ਭਾਵੇਂ ਉਸ ਨਰਸਿੰਗ ਦਾ ਕੋਰਸ ਕਰ ਰਹੀ ਹੈ, ਕਿਤੇ ਹੌਸਪੀਟਲ 'ਚ ਕੰਮ ਕਰ ਰਹੀ ਹੈ ਜਾਂ ਕਿਤੇ ਆਫਿਸ 'ਚ ਕੰਮ ਕਰ ਰਹੀ ਹੈ, ਚਾਹੇ 에ਅਰ ਹੋਸਟੈਸ ਬਣੀ ਹੋਈ ਆ, ਪਾਣੀ ਤਾਂ ਪੈਂਟ ਪੈ ਰਹੀ ਹੈ ਤੇ ਬਚਨ ਤਾਂ ਕੱਟੇ ਦਾ। ਫਿਰ ਤੇ ਫਿਰ ਉਹ ਸੇਵਕ ਨੂੰ ਕਾਹਦੀ ਸਮਝ ਆ? कोई भी समझ उस सेवक नूं नहीं है। इस करके तुसीं देखो किद्दां लोग अपना जीवन नाश कर रहे हैं। इस करके अपने अपने जीवन का हरेक बंदा सुधार करे, ठीक है ना। और नबी ने क्या अब वह केवल मुकुट नहीं दे रहा। भाई ब्रैनम कहते वो सानू कल्ला मुकुट नहीं दे रहा, बल्कि वह यह कहता है कि यह लोग जो दुल्हन में हैं खुदा के मंदिर के खंबे बन जाएंगे। और भाई ब्रैनम ने क्या है खुदाबंद कल्ला मुकुट नहीं दे रहा तानू, ओ की कर रहा है। नबी ने क्या जो लोग दुल्हन में हैं खुदा के मंदिर के खंबे बन जाएंगे। लेकिन खुदा का मंदिर है क्या? हुण खुदा दा मंदिर की है, पहले ये भी समझ होनी चाहिए भी खुदा दा मंदिर है की। यीशु ने अपनी देह को मंदिर बताया था। भाई ब्रैनम कहते यीशु मसीह ने अपनी देह नूं मंदिर दस्या सी। वह था भी वह खुदा का मंदिर था, परंतु जब उसकी देह है सच्ची कलीसिया ही खुदा का मंदिर है, परंतु पवित्र आत्मा के हमें होने के द्वारा अब वह एक जय पाने वाले को उस मंदिर में खंबा बनाएगा। जय पाने वाले नूं खंबा बनाऊगा। जय कौन पाऊगा? जिहड़ा पूरे संसार नूं छड्ड दूगा, अपनी अभिलाषावां नूं छड्ड दूगा, अपने आप नूं समर्पित कर दूगा, वो बंदा जय पाऊगा। लेकिन जिहड़ा कहूगा जी मैं चर्च चले जावां ते बाहर मैं जो मर्जी करी जावां हरामकारियां, वो जय नहीं पाऊगा कदे। पास्टर नूं खुश करने वाला जय नहीं पाऊगा भी पास्टर नूं दशमांश दई चलो, ठीक है, ते पास्टर तुहानूं बरकत देई जावे तुसीं जय पा लोगे। पास्टर का डर नहीं होना चाहिए, खुदा का डर तुहाडे अंदर होना चाहिए। जिस स्थान दे विच भी तुसीं जा रहे हो, चाहे अपने कम्मां ते हो, किसी भी स्थान ते हो, खुदा का डर ते भय तुहाडे अंदर होना चाहिए। क्योंकि तुसीं देखो यूसुफ दे अंदर खुदा का डर ते भय सीगा। यूसुफ नूं मौका मिलिया सीगा भी किसी औरत दे नाल वो सो सके, रिलेशन बना सके, लेकिन यूसुफ ने की कीता उस चीज तो अपने आप नूं अड्ड कीता, क्योंकि खुदा का डर उहदे अंदर सी। उहनूं पता सी मेरे अंदर खुदा रहिंदा, मैं किसी औरत दे नाल गलत नहीं हो सकदा।
ठीक है ना। लेकिन दाऊद के द्वारा एक गलती हुई। दाऊद ने एक औरत नूं नांदे होए वेख लिया ते उसके पति नूं मरवा छड्डिया, लेकिन प्रभु ने की कीता, फिर उसनूं सजा दित्ती उस चीज दी। ठीक है ना। इस करके तुसीं देखो, खुदा दा डर कहण दे नाल नहीं, खुदा दा जिहड़ा डर हुंदा आ ਉਹ ਵਿਅਕਤੀਗਤ ਤਰੀਕੇ ਦੇ ਨਾਲ ਤੁਹਾਨੂੰ ਪ੍ਰਗਟ ਕਰਨਾ ਪਵੇਗਾ ਵੀ ਤੁਸੀਂ ਖੁਦਾ ਦੇ ਲੋਕ ਹੋ। ਵਿਅਕਤੀਗਤ ਤਰੀਕੇ ਦੇ ਨਾਲ, ਗੱਲਾਂ ਦੇ ਨਾਲ ਨਹੀਂ ਕੋਈ ਤੁਸੀਂ ਕਹੀ ਜਾਓਗੇ ਆਪਣੇ ਆਪ ਨੂੰ ਜੀ ਅਸੀਂ ਖੁਦਾ ਦੀ ਦੁਲਹਨ ਆ ਜੀ। ਹੈ ਬਥੇਰੇ ਤੁਰੇ ਫਿਰਦੇ ਇੱਥੇ ਐਂਟਾ ਮੈਸੇਜ ਦੇ ਚਰਚ ਵਾਲੇ ਲੋਕ ਲੁਧਿਆਣੇ ਵਿੱਚ, ਪੰਜਾਬ ਦੇ ਵਿੱਚ, ਹੈ ਜਿਹੜੇ ਕਹਿੰਦੇ ਹਨ ਵੀ ਸਾਡੇ ਤੋਂ ਉੱਪਰ ਕੋਈ ਹੈ ਹੀ ਨਹੀਂ। ਤੇ ਚਰਚ ਦਾ ਬੇਸ ਦੇਖ ਲਓ, ਚਰਚ 'ਚ ਇੱਕ ਬੰਦਾ ਨਹੀਂ ਹੋਣਾ ਜਿਹੜਾ ਢੰਗ ਦਾ ਹੋਵੇ। ਊੜਾ ਐੜਾ ਨਹੀਂ ਬੰਦੇ ਨੂੰ ਪਤਾ ਹੁੰਦਾ ਜੀਵਨ ਜੀਣ ਦਾ। ਤੇ ਸਿਖਾਈ ਜਾਂਦੇ ਜੀ ਮੋਹਰਾ, ਖੁਦਾ ਤੁਹਾਨੂੰ ਲੈ ਜਾਵੇਗਾ। ਖੁਦਾ ਤਾਂ ਵਿਹਲਾ ਨਹੀਂ ਬੈਠਾ ਖੁਦਾ ਲਿਜਾਣ ਨੂੰ। ਖੁਦਾ ਤਾਂ ਲੈ ਕੇ ਜਾਵੇਗਾ ਜੇ ਤੁਹਾਡੇ ਜੀਵਨ ਦੇ ਵਿੱਚ ਖੁਦਾਵੰਦ ਕੰਮ ਕਰ ਰਿਹਾ ਹੋਵੇਗਾ। ਲੋਕੀ ਪਾਸਟਰਾਂ ਨੂੰ ਖੁਸ਼ ਕਰੀ ਜਾਂਦੇ, ਐਂਟਾ ਮੈਸੇਜ ਵਾਲਿਆਂ ਨੂੰ ਦੇਈ ਜਾਂਦੇ ਦਸ਼ਵਾਨ ਜੀ, ਹਾਂ ਤੂੰ ਕਰੀ ਜਾ ਜੋ ਮਰਜ਼ੀ। ਏਦਾਂ ਨਹੀਂ ਖੁਦਾ ਨੇ ਖੁਸ਼ ਹੋਣਾ। ਵਚਨ ਨੂੰ ਜੀਣਾ ਪੈਣਾ ਹੈ। ਭਾਈ ਬ੍ਰੈਨਮ ਨੇ ਕਿਹਾ ਹਰ ਇੱਕ ਮਿੰਟ, ਹਰ ਇੱਕ ਸੈਕਿੰਡ ਤੁਹਾਨੂੰ ਵਚਨ ਨੂੰ ਜੀਣਾ ਪਵੇਗਾ। ਜੇ ਤੁਸੀਂ ਇੱਕ ਮਸੀਹ ਹੋ, ਜੇ ਤੁਸੀਂ ਇੱਕ ਮਸੀਹ ਹੋ, ਤੁਹਾਨੂੰ ਵਚਨ ਨੂੰ ਜੀਣਾ ਪਵੇਗਾ। ਲੇਕਿਨ ਕੰਪਰਮਾਈਜ਼ ਦੇ ਉੱਪਰ ਚੱਲ ਰਹੀਆਂ ਸੇਵਕਾਈਆਂ ਰੈਪਚਰ ਦੇ ਲਈ ਨਹੀਂ ਹਨ। ਠੀਕ ਹੈ ਨਾ। ਮੁਰਖ ਕੁਆਰੀਆਂ ਰੈਪਚਰ ਦੇ ਵਿੱਚ ਨਹੀਂ ਜਾਣਗੀਆਂ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ। ਆਓ ਅਸੀਂ ਕੱਢਾਂਗੇ ਇਫਸੀਆਂ 2:19। ਇਫਸੀਆਂ 2:19 ਅਫਸੀਆਂ 2:19 ਵਿੱਚ ਲਿਖਿਆ ਹੈ, ਸੋ ਹੁਣ ਤੋਂ ਤੁਸੀਂ ਉਪਰੇ ਅਤੇ ਪਰਦੇਸੀ ਨਹੀਂ। ਹੁਣ ਦੇਖੋ ਕਿੰਨੀ ਵਧੀਆ ਗੱਲ ਅਫਸੀਆਂ 2:19 ਚ ਲਿਖੀ ਹੈ। ਸੋ ਹੁਣ ਤੁਸੀਂ ਉਪਰੇ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਵਤਨੀ ਅਤੇ ਖੁਦਾ ਦੇ ਘਰਾਣੇ ਦੇ ਹੋ। ਸੰਤਾਂ ਦੇ ਵਤਨੀ ਅਤੇ ਖੁਦਾ ਦੇ ਘਰਾਣੇ ਦੇ ਹੋ, ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ। ਕਿਹਦੇ ਉੱਪਰ ਬਣੇ ਹੋਏ ਹੋ? ਰਸੂਲਾਂ ਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ, ਜਿਸ ਦੇ ਖੁੰਝੇ ਦਾ ਪੱਥਰ। ਹੁਣ ਗੱਲ ਪੱਥਰ ਦੀ ਪਹਿਲਾਂ ਮੈਂ ਕਰ ਰਿਹਾ ਸੀਗਾ ਵੀ ਪੱਥਰ ਦੇ ਉੱਪਰ ਘਰ ਬਣਾਉਣਾ ਹੈ। ਠੀਕ ਆ, ਰੇਤ ਦੇ ਟੀਲਿਆਂ ਉੱਪਰ ਘਰ ਨਹੀਂ ਬਣਾਉਣਾ। ਠੀਕ ਹੈ, ਲਿਖਿਆ ਹੈ ਤੇ ਰਸੂਲਾਂ ਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ, ਜਿਸ ਦੇ ਖੁੰਝੇ ਦਾ ਪੱਥਰ ਆਪ ਮਸੀਹ ਯਿਸੂ ਹੈ। ਜਿਹਦੇ ਖੁੰਝੇ ਦਾ ਪੱਥਰ ਕੌਣ ਹੈ? ਆਪ ਮਸੀਹ ਯਿਸੂ, ਜਿਸ ਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਾਈ ਜਾਂਦੀ ਹੈ। ਠੀਕ ਹੈ ਨਾ। ਜਿਸ ਦੇ ਵਿੱਚ ਸਾਰੀ ਇਮਾਰਤ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ, ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਖੁਦਾ ਦੇ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ। ਹੁਣ ਖੁਦਾ ਦੇ ਜਿਹੜੇ ਪਵਿੱਤਰ ਲੋਕ ਹਨ ਉਹ ਐਵੇਂ ਨਹੀਂ ਹਨ। ਖੁਦਾ ਦੇ ਨਾਲ ਮਜ਼ਬੂਤੀ ਦੇ ਨਾਲ ਜੁੜੇ ਹੋਏ ਹਨ। ਠੀਕ ਹੈ ਨਾ। ਕਿਉਂਕਿ ਖੁਦਾਵੰਦ ਖੁਦ ਉਹਨਾਂ ਨੂੰ ਉਸਾਰਦਾ ਹੈ, ਉਹਨਾਂ ਨੂੰ ਬਣਾਉਂਦਾ ਹੈ। ਠੀਕ ਹੈ ਨਾ। ਖੁਦਾਵੰਦ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ। ਇਸ ਕਰਕੇ ਦੇਖੋ ਵੀ ਕਿਸ ਤਰ੍ਹਾਂ ਖੁਦਾਵੰਦ ਦੇ ਵਿੱਚ ਅਸੀਂ ਸਭ ਇੱਕ ਇਮਾਰਤ ਹਾਂ, ਇੱਕ ਹੈਕਲ। और भाई ब्रैनम ने क्या यहाँ पर 22वीं आयत कहती है कि हम एक साथ मिलकर उसके संग बनाए गए हैं। जिदा असीं 22वीं आयत विचों पढ़िया आ, ठीक है ना, अफसियां 2:22 विचों सीधा पढ़िया, तुसीं उस विच जिस विच तुसीं आत्मा विच खुदा दे भवन लई होण लई एक संग बनाए जाते हो। भाई ब्रैनम कहते इस 20वीं आयत यह कहती है कि हम उसके साथ मिलकर उसके संग बनाए गए हैं। हर चीज यीशु के साथ होकर गुजरती है, हर चीज यीशु तो होके गुजरती है और उस देह या मंदिर का हिस्सा है। ਜਿਹੜੀ भी चीज़ यीशु मसीह तो होके गुजरती है ਉਹਦਾ मंदिर का हिस्सा है। जब खुदा किसी मनुष्य को मंदिर में एक खंबे के रूप में रखता है और उसे नींव वाले झुंड का हिस्सा बनाता है, तो वह क्या कर रहा है? वह उसे वचन का स्वयं का प्रकाशन प्रदान कर रहा है, क्योंकि ठीक तो यह था जो प्रेरितों और नबियों के पास था। ਕਹਿੰਦਾ ਠੀਕ ਇਹੀ ਪ੍ਰੇਰਿਤਾਂ ਦੇ ਕੋਲ ਤੇ ਨਬੀਆਂ ਦੇ ਕੋਲ ਸੀਗਾ, ਕਿਉਂਕਿ ਖੁਦਾਵੰਦ ਜਿਹਦੇ ਵਿੱਚ ਵਾਸ ਕਰਦਾ ਹੈ,
ਠੀਕ ਆ। ਤੇ ਉਹ ਮਨੁੱਖ ਛੋਟਾ ਖੁਦਾ ਬਣ ਜਾਂਦਾ ਹੈ, ਉਹਦੇ ਵਿੱਚ ਤੇ ਖੁਦਾ ਵਿੱਚ ਕੋਈ ਫਰਕ ਨਹੀਂ ਰਹਿੰਦਾ ਫਿਰ, ਕਿਉਂਕਿ ਉਹ ਬੰਦਾ ਜਿਹੜਾ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਹੈ ਉਹ ਆਪਣੀ ਮਰਜ਼ੀ ਦੇ ਨਾਲ ਨਹੀਂ ਬੋਲਦਾ ਵੀ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਕਹੀ ਜਾਂਦਾ ਵੀ ਤੁਸੀਂ ਪੈਂਟਾਂ ਨਾ ਪਾਓ। ਉਹ ਪਵਿੱਤਰ ਆਤਮਾ ਨਾਲ ਭਰ ਕੇ ਬੋਲ ਰਿਹਾ ਹੁੰਦਾ ਹੈ, ਠੀਕ ਹੈ ਨਾ। ਇਸ ਕਰਕੇ ਅਸੀਂ ਸਭ ਖੁਦਾ ਦੀ ਦੇਹ ਆ, ਅਸੀਂ ਉਹਦੇ ਹਿੱਸੇ ਆ, ਸਭ ਦੇ ਸਭ, ਠੀਕ ਆ। ਇਸ ਕਰਕੇ ਆਪਣੇ ਆਪਣੇ ਜੀਵਨ ਨੂੰ ਇੰਨੀ ਮਜ਼ਬੂਤੀ ਦੇ ਨਾਲ ਪਰਫੈਕਟ ਕਰੋ ਜਿਸ ਤਰ੍ਹਾਂ ਕਦੇ ਕਿਸ ਨੇ ਨਾ ਕੀਤਾ ਹੋਵੇ, ਠੀਕ ਹੈ ਨਾ। ਇੰਨੀ ਮਜ਼ਬੂਤੀ ਨਾਲ ਸਾਡੇ ਸਭਨਾਂ ਦੇ ਜੀਵਨ ਪਰਫੈਕਟ ਹੋਣੇ ਚਾਹੀਦੇ ਹਨ। ਭਾਈ ਬ੍ਰੈਨਮ ਨੇ ਕਿਹਾ ਸੁਪਰ ਸਟਰਕਚਰ ਤੁਹਾਡਾ ਸਟਰਕਚਰ ਸੁਪਰ ਹੋਣਾ ਚਾਹੀਦਾ ਹੈ, ਤੁਹਾਡੇ ਅੰਦਰ ਮਜ਼ਬੂਤੀ ਹੋਣੀ ਚਾਹੀਦੀ ਹੈ। ਤੁਸੀਂ ਇਹੋ ਜਿਹੇ ਪਿੱਲਰ ਬਣ ਜਾਵੋ ਜੋ ਖੁਦਾਵੰਦ ਨੇ ਖੜੇ ਕੀਤੇ ਹੋਣ, ਜਿਨ੍ਹਾਂ ਨੂੰ ਕੋਈ ਡੇਗ ਨਾ ਸਕੇ, ਠੀਕ ਹੈ। ਕਿਉਂਕਿ ਖੁਦਾਵੰਦ ਦੇ ਦੁਆਰਾ ਜਦੋਂ ਖੁਦਾਵੰਦ ਕਿਸ ਨੂੰ ਖੜਾ ਕਰਦਾ ਹੈ ਤੇ ਉਸ ਨੂੰ ਆਪਣੀ ਪਾਵਰ ਦੇ ਦਿੰਦਾ ਹੈ, ਉਹ ਬੰਦਾ ਫਿਰ ਕਦੇ ਡਿੱਗਦਾ ਨਹੀਂ, ਉਹਦੀ ਆਗਿਆਕਾਰੀ ਵਿੱਚ ਚੱਲਦਾ। ਜੇ ਯੂਸਫ ਦੇ ਅੰਦਰ ਖੁਦਾ ਦਾ ਵਚਨ ਸੀ ਤੇ ਯੂਸਫ ਡਿੱਗਿਆ ਨਹੀਂ, ਯੂਸਫ ਦੁੱਖਾਂ ਪਰੇਸ਼ਾਨੀਆਂ ਵਿੱਚੋਂ, ਕਰੈਕਟਰ ਦੇ ਵਿੱਚੋਂ ਵੀ ਪਾਸ ਹੋਇਆ, ਜਦੋਂ ਕਿ ਉਹਨੂੰ ਮੌਕਾ ਦਿੱਤਾ ਗਿਆ ਸੀ ਵੀ ਉਹ ਕਿਸੇ ਵੀ ਤਰ੍ਹਾਂ ਕੁਝ ਵੀ ਕਰ ਸਕਦਾ ਹੈ। ਲੇਕਿਨ ਯੂਸਫ ਪਵਿੱਤਰ ਆਤਮਾ ਦੇ ਨਾਲ ਭਰ ਕੇ ਖੁਦਾ ਦੇ ਕੰਮ ਕਰਦਾ ਗਿਆ, ਮਾਰ ਖਾਂਦਾ ਗਿਆ, ਤਾਨੇ ਸੁਣਦਾ ਗਿਆ, ਲੇਕਿਨ ਇੱਕ ਦਿਨ ਉਹਨੂੰ ਰਾਜ ਦੇ ਦਿੱਤਾ ਗਿਆ। ਇਸੇ ਤਰ੍ਹਾਂ ਖੁਦਾਵੰਦ ਆਪਣੀ ਦੁਲਹਨ ਨੂੰ ਵੀ ਰਾਜ ਦੇਣ ਜਾ ਰਿਹਾ ਹੈ, ਲੇਕਿਨ ਉਸ ਤੋਂ ਪਹਿਲਾਂ ਦੁਲਹਨ ਕਰੈਕਟਰ ਦੇ ਵਿੱਚ ਲੋਕਾਂ ਨੂੰ ਪੇਸ਼ ਕੀਤੀ ਜਾਵੇਗੀ। ਦੁਲਹਨ ਵਚਨ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰੇਗੀ ਤੇ ਲੋਕੀ ਵੇਖਣਗੇ ਵੀ ਸੱਚਮੁੱਚ ਦੁਲਹਨ ਹੀ ਸੱਚੀ ਦੁਲਹਨ ਹੈ, ਜਿਹਨੇ ਵਚਨ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ ਹੈ, ਠੀਕ ਹੈ ਨਾ। ਕਿਉਂਕਿ ਲੋਕੀ ਨਫ਼ਰਤ ਕਰਦੇ ਹਨ ਜਦੋਂ ਤੁਸੀਂ ਖੁਦਾ ਦੇ ਕੰਮ ਕਰਦੇ ਹੋ, ਠੀਕ ਹੈ, ਸਚਾਈ ਵਾਲਾ ਜੀਵਨ ਬਤੀਤ ਕਰਦੇ ਹੋ, ਸਚਾਈ ਬੋਲਦੇ ਹੋ, ਖੁਦ ਲੋਕ ਤੁਹਾਡੇ ਖਿਲਾਫ ਖੜੇ ਹੋ ਜਾਂਦੇ ਆ। ਉਹ ਕਹਿੰਦੇ ਇਹਨੇ ਹਥੌੜਾ ਚੱਕਿਆ ਹੋਇਆ। ਇਹ ਹਥੌੜਾ ਨਹੀਂ ਹੈ, ਇਹ ਖੁਦਾ ਦਾ ਤੋੜਾ ਹੈ ਜਿਹੜਾ ਖੁਦਾ ਨੇ ਸਾਨੂੰ ਦਿੱਤਾ ਹੈ, ਠੀਕ ਹੈ ਨਾ। ਤੇ ਇਸ ਤੋੜੇ ਦਾ ਇਸਤੇਮਾਲ ਅਸੀਂ ਕਰਨਾ ਹੈ, ਇਸ ਵਚਨ ਦਾ ਇਸਤੇਮਾਲ ਅਸੀਂ ਕਰਨਾ ਹੈ ਤੇ ਅਸੀਂ ਦੁਨੀਆ ਨੂੰ ਵੜਦੇ ਜਾਣਾ ਹੈ। ਕਿਉਂਕਿ ਦੁਲਹਨ ਕੋ ਇੱਕ ਤਲਵਾਰ ਹੈ ਤੇ ਦੁਲਹਨ ਉਸ ਵਚਨ ਦੀ ਤਲਵਾਰ ਦੇ ਨਾਲ ਵੜਦੀ ਜਾਂਦੀ ਹੈ। ਜਿਹੜਾ ਵੀ ਅੱਗੇ ਆਂਦਾ, ਮਾਂ ਪਿਓ, ਭੈਣ ਭਰਾ, ਰਿਸ਼ਤੇਦਾਰ, ਭੂਆ, ਤਾਏ, ਚਾਚੇ, ਪੈਸਾ, ਧਨ ਦੌਲਤ, ਨੌਕਰੀਆਂ, ਤਲਵਾਰ ਦੇ ਨਾਲ ਦੁਲਹਨ ਵੜਦੀ ਜਾਂਦੀ ਹੈ। ਕਿ ਦੁਲਹਨ ਦੇ ਕੋਲੋਂ ਤਲਵਾਰ ਹੈ ਜਿਸ ਨੂੰ ਇਸਤੇਮਾਲ ਸਿਰਫ ਦੁਲਹਨ ਕਰ ਸਕਦੀ ਹੈ, ਉਸ ਤਲਵਾਰ ਨੂੰ ਕੋਈ ਹੋਰ ਇਸਤੇਮਾਲ ਨਹੀਂ ਕਰ ਸਕਦਾ। ਉਹ ਤਲਵਾਰ ਵਚਨ ਦੀ ਤਲਵਾਰ ਹੈ, ਉਹ ਤਲਵਾਰ ਸੰਦੇਸ਼ਾਂ ਦੀ ਤਲਵਾਰ ਹੈ। ਭਾਈ ਬ੍ਰੈਨਮ ਦੀ ਤਲਵਾਰ, ਯਹੋਵਾ ਦੀ ਤਲਵਾਰ ਭਾਈ ਬ੍ਰੈਨਮ ਦੀ ਤਲਵਾਰ ਸੀ, ਤੇ ਅੱਜ ਭਾਈ ਬ੍ਰੈਨਮ ਦੀ ਤਲਵਾਰ ਦੁਲਹਨ ਦੀ ਤਲਵਾਰ ਹੈ ਤੇ ਦੁਲਹਨ ਉਸ ਤਲਵਾਰ ਦੇ ਨਾਲ ਵੜਦੀ ਜਾਂਦੀ ਹੈ। ਦੁਲਹਨ ਕਿਸ ਦਾ ਲਿਹਾਜ਼ ਨਹੀਂ ਲੈਂਦੀ, ਠੀਕ ਹੈ। ਦੁਲਹਨ ਕਦੇ ਕਿਸ ਦਾ ਲਿਹਾਜ਼ ਨਹੀਂ ਲੈਂਦੀ। ਇਸ ਕਰਕੇ ਦੁਲਹਨ ਦੇ ਕੋਲ ਇੱਕ ਪਾਵਰ ਹੈ, ਦੁਲਹਨ ਦੇ ਕੋਲ ਇੱਕ ਵਾਅਦਾ ਹੈ ਖੁਦਾ ਦੁਆਰਾ ਦਿੱਤਾ ਗਿਆ। ਇਸ ਕਰਕੇ ਦੁਲਹਨ ਨਹੀਂ ਡਰਦੀ ਵੀ ਇਸ ਸੰਸਾਰ 'ਚ ਕੀ ਹੋ ਰਿਹਾ ਹੈ, ਠੀਕ ਹੈ। ਲੋਕ ਡਰਦੇ ਹਨ, ਕਿਤੇ ਮਜਾਇਲਾਂ ਡਿੱਗਦੀਆਂ ਲੋਕ ਡਰ ਜਾਂਦੇ ਆ, ਲੇਕਿਨ ਦੁਲਹਨ ਨਹੀਂ ਡਰਦੀ। ਭੁਚਾਲ ਆਉਂਦੇ ਹਨ, ਲੋਕ ਡਰਦੇ ਹਨ, ਲੇਕਿਨ ਦੁਲਹਨ ਨਹੀਂ ਡਰਦੀ। ਉਹਨੂੰ ਪਤਾ ਵਾਅਦਾ ਪੂਰਾ ਹੋ ਰਿਹਾ ਹੈ। ਜਿੱਦਾਂ ਜਿੱਦਾਂ ਇਹ ਚੀਜ਼ਾਂ ਵਰਤ ਰਹੀਆਂ ਹਨ, ਦੁਲਹਨ ਜਾਣਦੀ ਹੈ ਵੀ ਉਹਦੇ ਆਉਣ ਦਾ ਸਮਾਂ ਨੇੜੇ ਹੋ ਰਿਹਾ ਹੈ, ਠੀਕ ਹੈ। ਕਿਤੇ ਹੜ ਆ ਰਿਹਾ ਹੈ, ਲੇਕਿਨ ਦੁਲਹਨ ਨਹੀਂ ਡਰਦੀ। ਦੁਲਹਨ ਨੇ ਹੜਾਂ 'ਚ ਨਹੀਂ ਮਰਨਾ, ਦੁਲਹਨ ਨੇ ਬੰਬਾਂ ਦੇ ਨਾਲ ਨਹੀਂ ਮਰਨਾ। ਦੁਲਹਨ ਰੈਪਚਰ ਦੇ ਵਿੱਚ ਜਾਵੇਗੀ, ਲੇਕਿਨ ਕਸ਼ਟ ਕਾਲ ਦੇ ਵਿੱਚੋਂ ਜਿਹੜੀ ਦੁਨੀਆ ਹੈ ਉਸਨੇ ਜਾਣਾ ਹੈ ਕਸ਼ਟ ਕਾਲ 'ਚ। ਦੁਲਹਨ ਨੇ ਕਸ਼ਟ ਕਾਲ 'ਚ ਨਹੀਂ ਜਾਣਾ। ਦੁਲਹਨ ਕਸ਼ਟ ਕਾਲ ਤੋਂ ਪਹਿਲਾਂ ਹੀ ਉਠਾਈ ਜਾਏਗੀ। ਇਸ ਕਰਕੇ ਅੱਜ ਦੁਲਹਨ ਜੋ ਕਿ ਪਵਿੱਤਰ ਆਤਮਾ ਪਾਏ ਹੋਏ ਉਹਦੇ ਸੱਚੇ ਲੋਕ ਹਨ, ਉਹ ਕਿਸੇ ਨੂੰ ਨਹੀਂ ਵੇਖਦੇ। ਮੈਂ ਕਦੇ ਕਿਸ ਨਾਲ ਕੰਪਰਮਾਈਜ਼ ਨਹੀਂ ਕੀਤਾ ਤੇ ਨਾ ਕਦੇ ਮੈਂ ਕਿਸ ਨਾਲ ਕੰਪਰਮਾਈਜ਼ ਕਰਨਾ ਆ। ਇਹ ਮੈਂ ਖੁਦਾ ਨਾਲ ਵਾਅਦਾ ਕੀਤਾ ਹੈ। ਮੈਂ ਵਾਅਦਾ ਕੀਤਾ ਚਾਹੇ ਸੰਦੇਸ਼ ਦੇ ਪਾਸਟਰ ਸਾਰੇ ਛੱਡ ਦੇਵਾਂ, ਕਿਸ ਨਾਲ ਕੋਈ ਮਤਲਬ ਨਹੀਂ ਰੱਖੂੰਗਾ, ਠੀਕ ਹੈ ਨਾ। ਜੇ ਕੋਈ ਗਲਤ ਚੱਲਦਾ ਹੈ, ਲੇਕਿਨ ਕੰਪਰਮਾਈਜ਼ ਨਹੀਂ ਮੈਂ ਕਿਸ ਨਾਲ ਵੀ ਕਰਨਾ। ਮੈਂ ਆਪਣੇ ਖੁਦਾ ਦੇ ਨਾਲ ਸੰਗ ਚੱਲਣਾ ਹੈ ਤੇ ਖੁਦਾਵੰਦ ਇਹੋ ਜਿਹੇ ਲੋਕਾਂ ਨੂੰ ਹੀ ਪਸੰਦ ਕਰਦਾ ਹੈ, ਠੀਕ ਆ। ਏਲੀਆ ਨੇ ਕਿਸ ਨਾਲ ਕੰਪਰਮਾਈਜ਼ ਨਹੀਂ ਸੀ ਕੀਤਾ, ਅਲੀਸ਼ਾ ਨੇ ਕਿਸ ਨਾਲ ਕੰਪਰਮਾਈਜ਼ ਨਹੀਂ ਕੀਤਾ, ਯਹੂਨਾ ਬਸਮਾ ਦੇਣ ਵਾਲੇ ਨੇ ਕਿਸ ਨਾਲ ਕੰਪਰਮਾਈਜ਼ ਨਹੀਂ ਕੀਤਾ, ਤੇ ਸਾਡੇ ਯੁੱਗ ਦੇ ਨਬੀ ਨੇ ਕਿਸ ਨਾਲ ਕੰਪਰਮਾਈਜ਼ ਨਹੀਂ ਕੀਤਾ, ਤੇ ਦੁਲਹਨ ਵੀ ਕਿਸ ਨਾਲ ਕੰਪਰਮਾਈਜ਼ ਨਹੀਂ ਕਰੇਗੀ। ਇਸ ਕਰਕੇ ਮੈਂ ਕਿਸ ਨਾਲ ਕੰਪਰਮਾਈਜ਼ ਨਹੀਂ ਕਰਦਾ, ਠੀਕ ਹੈ। ਹਰੇਕ ਮਨੁੱਖ ਨੇ ਮੈਨੂੰ ਛੱਡਿਆ, ਮੈਂ ਕਿਹਾ ਤੁਸੀਂ ਜਾਓ, ਮੈਨੂੰ ਕਿਸ ਨਾਲ ਕੁਝ ਨਹੀਂ ਲੈਣਾ ਦੇਣਾ, ਲੇਕਿਨ ਮੈਂ ਆਪਣੇ ਖੁਦਾਵੰਦ ਨੂੰ ਪਹਿਲ ਦਊਂਗਾ, ਠੀਕ ਹੈ। ਮੈਨੂੰ ਜੀਵਨ ਮੇਰੇ ਖੁਦਾ ਨੇ ਦੇਣਾ, ਤੁਸੀਂ ਜੀਵਨ ਨਹੀਂ ਦੇਣਾ।
ठीक है, मैनू बरकतां मेरे खुदा ने देनियां, किसी होर ने नहीं देनियां। मैनू रैप्चर विच मेरा खुदा लैके जाएगा, तुसीं नहीं लैके जाना रिश्तेदारां ने किसी ने भी। इस करके पहल दूंगा तो हमेशा अपने खुदा नू पहल दूंगा, मैं किसी पास्टर नू पहल नहीं देनी। जिन्ना मर्जी उहदा वड्डा चर्च बनया होवे, जिन्नी मर्जी तो कलीसिया आंदी होवे, मैं हमेशा वचन नू पहल दूंगा। ते खुदावंद इहो जिहे लोकां नू पसंद करदा है जो वचन नू पहल दिंदे हन, क्योंकि दुल्हन दे कोल विश्वास भी होना चाहिए है, अणख भी होनी चाहिए है, ते हलीमी भी होनी चाहिए है। ठीक है, ते फिर वो दुल्हन बनती है, क्योंकि हनोक दे कोल विश्वास सी, विश्वास के द्वारा रैप्चर होया। ठीक है ना, ते असीं इस तरह वेखदे हां यीशु मसीह हलीम सीगा। ठीक है, ते अज सानू चाहिए है विश्वास, अणख ते हलीमी के द्वारा असीं चलीए। हनोक विश्वास के द्वारा उठाया गया, एलिया अणखी सी, उहदा रैप्चर हो गया, यीशु मसीह हलीम सी, उहदा रैप्चर हो गया। ते असी अज विश्वास, अणख ते हलीमी के द्वारा उठाए जावांगे। इस करके अपने अपने जीवन नू सही करो, वचन नू पहल दो, किसी सेवक नू पहल ना दो। ठीक है, जे तुहानू लगदा तुहाडे चर्चे तुहानू तुहाडा सेवक गलत गाइड कर रहा है, जे मैं प्रचार कर रहा हाँ जनानी उत्ते मर्द ना पेशना होवे, एक औरत नर्सिंग का कोर्स नहीं कर सकती, ब्यूटी पार्लर का कोर्स नहीं कर सकती, एक औरत एयर होस्टेस का कोर्स नहीं कर सकती, तो बहुत सारे इहो जिहे कोर्स हैं जिहड़ा संदेश के चर्चा विच लोग करी जाते हैं। ते पास्टर मूर्ति बन के खड़ा, पता पैसा आ रहा, जे 60-70 हज़ार नर्स की तनख्वाह है तो पता 10-20 हज़ार रुपया आ ही रहा, कोई गल नहीं, बोलण की लोड़, आपे सुधर जाएंगे। फिर वो पास्टर ही उस औरत को वैश्या बना रहा है। इस करके मैं साफ कह रहा हाँ, एंड टाइम मैसेज दे विच पास्टर वैश्यावां नूं जन्म दे रहे हैं, ते खुदावंद एक दिन इहो जिहा लेखा इन्हां दा करेगा, सब दे सब याद रखणगे, क्योंकि खुदावंद खुदा कदे किस दा लिहाज नहीं लैंदा। वो अणखी खुदा है, वो अपने वचन दे विच जो उसने कह दिता सच ते आमीन है, वो कदे भी अपने वचन तो फिरदा नहीं है। ठीक है ना, इस करके मैं तुहानूं क्या किसी मनुख ते विश्वास नहीं किया जा सकता, लेकिन असी खुदावंद खुदा ते विश्वास कर सकते हैं, क्योंकि यीशु मसीह ने कहा मैं कदे ना बदलण वाला खुदा हाँ, वो कदे बदलदा नहीं है, वो युगां नूं युग इक्को जिहा है। आओ असी कढांगे गलातियां 1:7, गलातियां 1:7 विच लिखिया है, पर ਉਹ ਤਾਂ ਦੂਜੀ ਖੁਸ਼ਖਬਰੀ ਨਹੀਂ, परंतु कई को ਹਨ ਜਿਹੜੇ ਤੁਹਾਨੂੰ ਘਬਰਾਉਂਦੇ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ। ਪਰ ਬਾਈਬਲ 'ਚ ਸਾਫ਼ ਲਿਖਿਆ ਕਈ ਕੋ ਹਨ ਜਿਹੜੇ ਉਸ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ। ਪਹਿਲਾਂ ਤਾਂ ਕਹਿਆ ਜਾਂਦਾ ਸੀਗਾ ਜੀ ਮਿਸ਼ਨਾਂ ਵਾਲੇ ਖੁਸ਼ਖਬਰੀ ਨੂੰ ਵਿਗਾੜ ਰਹੇ ਹਨ, ਲੇਕਿਨ ਅੱਜ ਮੈਂ ਖੁੱਲ ਕੇ ਕਹਿਣਾ ਹਾਂ ਅੱਜ ਦੇ ਫੱਕੀ ਫਰੀਸੀ ਐਂਡ ਟਾਈਮ ਮੈਸੇਜ ਦੇ ਪਾਸਟਰ ਖੁਸ਼ਖਬਰੀ ਨੂੰ ਵਿਗਾੜ ਰਹੇ ਹਨ। और संत पौलुस ने क्या, पर जेकर असी या स्वर्ग तो कोई दूत उस खुशखबरी तो बिना जेड़ी असा तुहानू सुनाई कोई होर खुशखबरी सुनावे तां ओ शरापत होवे। और जेड़ी खुशखबरी चेलियां ने सुना दी, जो प्रचार चेलियां ने कर दिते, ठीक है, उस खुशखबरी तो इलावा जे कोई सुनावे तो शापित होवे। हुण भाई ब्रैनम ने की किया तुहानू पता है सब नू, भाई विलियम ब्रैनम ने क्या, साडे युग दे नबी ने क्या, जे संत पौलुस दे लोग उत्थे जाणगे ते मेरे भी जाणगे, क्योंकि साडे युग दे नबी नूं इस गल नूं श्योर सीगा भी संत पौलुस जो प्रचारिया है आत्मा दे द्वारा प्रचारिया है, पवित्र आत्मा दे द्वारा संत पौलुस ने सब कुछ प्रचारिया है। ठीक है ना, क्योंकि आत्मा आत्मा नूं पछाणदा है। ठीक है ना, ते किस तरह लोग अज गलत डॉक्ट्रिन दे विच चल रहे हैं। लिखिया है जिकुर असा अगे क्या है तिकुर मैं हुण भी आखदा हाँ भाई जे कोई उस खुशखबरी तो बिना जेड़ी तुसां कबूल कीती तुहानू कोई होर खुशखबरी सुनावे तां ओ श्रापित होवे। जो बाइबल दा वचन है उस तो वचन तो बाहर जे तुहानू कोई सिखा रहा है, चाहे वो सिखा रहा पिता पुत्र पवित्र आत्मा दा बसमा, ठीक है, ये गलत डॉक्ट्रिन है। जे तुहानू एंड टाइम मैसेज दे विच कोई सिखा रहा भी भैणों पैंटा पाई जाओ करी जाओ नौकरियां, ते ये भी गलत डॉक्ट्रिन है, सावधान हो जाओ सारे। ठीक है ना, की मैं हुण मनुखां नूं मनाउंदा फिरां या खुदा नूं? हुण बाइबल च लिखिया की मैं मनुखां नूं मनाउंदा फिरां या फिर खुदा नूं?
अथवा की मैं मनुखा नूं रिझाया चाहुंदा हां, जे मैं अजे तोड़ी मनुखा नूं रिझाउंदा रहिंदा तां मैं मसीह दा दास ना हुंदा। संत पौलुस कहंदा, ठीक है, गलातियां पौलुस दी दूजी पत्री दे विच जो लिखिया है, जे मैं मनुखा नूं रिझाउंदा फिरदा ते मैं मसीह दा दास ना हुंदा। ठीक है, इस करके असी भी लोकां दे नाल कॉम्प्रोमाइज़ नहीं करना। जिन्हें रिलेशन रखना ठीक है, जिन्हें नहीं रिलेशन रखना ओदी मर्जी, ठीक है, लेकिन असी खुदा दे वचन नूं पहल देनी है। ठीक है ना, क्योंकि संत पौलुस कहंदा जे मैं मनुखा नूं रिझाउंदा फिरदा तां मैं मसीह दा दास ना हुंदा। फिर वो खुदा दा दास ना हुंदा जे मनुखा नूं खुश करी जांदा। ते इस करके इस जगह विच मैं भी किसी मनुख नूं खुश नहीं करूंगा, क्योंकि मैं खुदा दा दास हाँ ते आत्मा सच्चाई दे नाल ओदी भगती करनी है ते ओही बोलना है जो संदेश बोलदे हन। जे भाई ब्रैनम ने कहा जनानी ते मर्द दा पेश ना होवे ते सच ते आमीन है, कोई भी इस नूं बदल नहीं सकदा। जे कोई बदलदा है ते वो शापित दूत है। इस गल नूं याद रखो हमेशा। इस करके अपने अपने जीवन नूं सुधारन दी लोड़ है। हुण अज की आ, शैतान द्वारा अभिषिक्त चर्च, ठीक है, शैतान द्वारा अभिषिक्त चर्च किहड़े ने सब जानते आ भी बाइबल के अनुसार कहा जाता है वो वड्डी कंजरी वैश्या पानी ते बैठी हुई है। ठीक है, जिन्हें बहुत सारी माया जोड़ी है, उसकी धीआं भी हैं, लेकिन ओनू छड्ड के अज शैतान किहदे मगर पै गया, वो तो उहदे हत्थां 'च ही है। डिनोमिनेशन चर्च तां शैतान दे हत्थां, लेकिन शैतान पै किहदे मगर गया, एंड टाइम मैसेज दे चर्चा दे मगर शैतान पै गया। ठीक है, उन्हां दे मगर पै चुकिया है। जिद्दां मैं दस्सिया भी मूर्ख कुआरियां संदेश के लोग हैं, वैश्या मिशना जथेबंदियां हैं ते चतर कुआरी दुल्हन है जिहड़ी रैप्चर दे विच जावेगी, जिहदे कोल तेल है। ठीक है ना, जिहदे कोल पवित्र आत्मा है। इस करके हरेक मनुख अपने अपने जीवन का सुधार करे, चाहे कोई सेवक होवे चाहे विश्वासी होवे। जे बचना ते अपने अपने जीवन का सुधार करो। ठीक है, जे कोई भले बुरे दे वृक्ष तो खा रहा है तो अपने आप को मौत दे विच लैके जा रहा। हमेशा जीवन दे वृक्ष तो खाना है। ठीक है, प्रभु यीशु मसीह तुहानूं सारिआं नूं बरकत देवे। आओ प्रार्थना करते हैं। हालेलुया, धन्नवाद प्यारे प्रभु यीशु मसीह, मेरे महान पिता, मैं तेरा धन्नवाद करदा है छोटे प्यारे संदेश के लिए, क्योंकि खुदावंद मैं जो कुछ भी बोलिया है अपने वालों नहीं बोलता प्रभु जी, तेरा पवित्र आत्मा है जो स्थान में बोलता है खुदावंदा। क्योंकि हमेशा खुदावंद मैं किसी मनुख नूं अपने नाल नहीं जोड़िया प्रभु जी, हमेशा तेरे वचन दे नाल जोड़िया है। ते सचमुच तेरे युग दा नबी भी यही कहंदा सी, उसने कदे भी अपने आप दे नाल किसी मनुख नूं नहीं जोड़िया। भाई विलियम ब्रैनम ने भी हमेशा लोगों को तेरे वचन के नाल जोड़िया, ते यही तेरी दुल्हन की निशानी है खुदावंदा। तेरी दुल्हन कदे भी किसी अपने नाल नहीं जोड़ती, हमेशा तेरे वचन के नाल लोगों को जोड़ती है खुदावंदा। तो वड्डी दया कर, कृपा कर, जित तक तो नहीं आंदा मेरे महान पिता, असीं इसे तरह तेरी महिमा ते वडियाई करी जाइए। प्रभु यीशु मसीह तुसीं जल्दी आओ, तुहाडी दुल्हन तुहाडा इंतजार करती है। सारा आदर जलाल महिमा प्रभु यीशु मसीह तेरे जिंदा जलाली सामर्थी नाम नूं दिंदे हां, तेरे प्यारे बेटे प्रभु यीशु मसीह दे नाम दे विच मंगदे हां, आमीन। हालेलुया।